जस्ट कल ही अपनियां उन्होंने रिवाइज कीतियां इंटरेस्ट रेट्स नाउ इट इज़ 9%। सो अगर तुहाडा टैक्स नहीं पे होया तो तुसीं 9% इंटरेस्ट पे करोगे, वो भी कंपाउंडेड इंटरेस्ट है, नॉट लाइक सिंपल इंटरेस्ट जे तुसीं फाइनैंशियल दा कोई समझदा हैगा। ਮੈਡੀਕਲ ਐਕਸਪੈਂਸਿਸ ਵੀ ਪਾ ਸਕਦੇ, ਡਿਡਕਸ਼ਨਸ ਜਿਹੜੀਆਂ ਅਸੀਂ ਉਹਨਾਂ ਦੇ ਬਾਰੇ ਥੋੜ੍ਹੀ ਜਿਹੀ ਗੱਲ ਕੀਤੀ ਹੈ, ਡੋਨੇਸ਼ਨਸ ਕੀਤੀਆਂ ਉਹ ਵੀ ਮੈਂਸ਼ਨ ਕਰ ਦਿਓ ਵਾਈਲ ਟੈਕਸ ਫਾਈਲਿੰਗ। ਪਰ ਕੋਈ ਅਜਿਹੀ ਚੀਜ਼ ਵੀ ਹੈ ਜਿਹੜੀ ਅਸੀਂ ਮਿਸ ਕਰ ਜਾਂਦੇ ਹਾਂ? ਜਿੱਦਾਂ ਆਪਾਂ ਸਪੋਜ਼ ਕਰੋ ਮੈਂ ਕੋਈ ਹੁਣੇ ਗੱਲ ਕਹੀ ਹੋਵੇ ਕਿ ਉਹ ਮੈਂ ਤਾਂ ਡੋਨੇਸ਼ਨਸ ਕਲੇਮ ਕਰਨੀ ਭੁੱਲ ਗਿਆ ਜੀ, ਜਾਂ ਤੁਸੀਂ ਮੈਨੂੰ ਕਿਹਾ ਸੀਗਾ ਕੇਅਰ ਗਿਵਰ ਕਲੇਮ ਹੋ ਸਕਦਾ, ਮੈਂ ਭੁੱਲ ਗਿਆ ਸੀਗਾ। ਸੋ ਮੈਂ ਹੁਣ ਪਿੱਛੇ ਜਾ ਸਕਦਾ ਕਿ ਆਪਣੀ ਰਿਟਰਨਸ ਚੇਂਜ ਕਰ ਸਕਦਾ ਹੈਗਾ ਵਾ? ਆਨਸਰ ਇਜ਼ ਯੈਸ। ਤੁਸੀਂ ਪਿੱਛੇ ਜਾ ਕੇ ਵੀ ਆਪਣੀ ਰਿਟਰਨ ਨੂੰ ਐਡਜਸਟ, ਅਸੀਂ ਕਹਿੰਦੇ T1 ਐਡਜਸਟਮੈਂਟ ਦਾ ਟੈਕਨੀਕਲ ਵਰਡ ਹੈ, ਤੁਸੀਂ ਆਪਣੀ ਰਿਟਰਨ ਨੂੰ ਐਡਜਸਟ ਕਰ ਸਕਦੇ ਹੈਗੇ। ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਨਾ ਕਿ ਸਾਡੇ ਜਿਹੜੇ ਸੌਫਟਵੇਅਰਸ ਹੈਗੇ ਨੇ ਉਹ ਬੜੇ ਸਮਾਰਟ ਹੋ ਗਏ ਨੇ ਸੌਫਟਵੇਅਰਸ ਨਾ, ਹੁਣ ਕਾਫੀ ਕੁਆਲਿਟੀ ਬਹੁਤ ਵਧੀਆ ਹੋ ਗਈ ਹੈ। ਸੋ ਨੋਟ ਰੋਂਗ ਅਬਾਊਟ ਇਟ। ਲੇਕਿਨ ਅਗਰ ਤੁਹਾਡੀ ਸਿਚੁਏਸ਼ਨ ਥੋੜੀ ਜਿਹੀ ਵੀ ਕੰਪਲਿਕੇਸ਼ਨ ਹੈਗੀ ਹੈ, ਹਾਈਲੀ ਰਿਕਮੈਂਡਡ ਤੁਸੀਂ ਅਕਾਊਂਟੈਂਟ ਨੂੰ ਜ਼ਰੂਰ Sure. Mr. Madan, ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ। Thanks for having me. ਸੋ ਅਸੀਂ ਸਭ ਤੋਂ ਪਹਿਲਾਂ ਤਾਂ ਕੀ ਕਹੀਏ ਕਿ ਅਕਾਊਂਟੈਂਟ ਨੂੰ ਮੁਬਾਰਕਾਂ ਦੇਣੀਆਂ ਚਾਹੀਦੀਆਂ ਕਿਉਂਕਿ ਟੈਕਸ ਫਾਈਲਿੰਗ ਦਾ ਸੀਜ਼ਨ ਹੈ। ਮੁਬਾਰਕਾਂ ਅਸੀਂ 30 ਕੁ ਦਿਨ ਹਾਲੇ ਹੋਰ ਰੱਖਾਂਗੇ। ਅੱਛਾ, ਵੀ ਆਰ ਇਨ ਦ ਮਿਡਲ, ਬਿਲਕੁਲ ਹਾਫ ਦੇ ਵਿੱਚ ਆ, ਉੱਥੇ ਵਿਲ ਜਾ ਕੇ 30 ਅਪ੍ਰੈਲ ਨੂੰ ਸਾਡੀ ਲਾਸਟ ਫਾਈਲਿੰਗ ਹੋਏਗੀ। ਦੈਨ ਪ੍ਰੋਬਬਲੀ ਆਪਾਂ ਉਸ ਡੇਟ ਤੱਕ ਫਿੰਗਰਸ ਕਰੋਸ ਰੱਖਦੇ ਹਾਂ ਕਿ ਸੈਲੀਬ੍ਰੇਟ ਉਹਦੇ ਕਰਾਂਗੇ ਆਪਾਂ ਜਾ ਕੇ। ਸੋ ਆਪਾਂ ਲਿਸਨਰਸ ਵਾਸਤੇ ਕਲੀਅਰ ਕਰ ਦਿੰਦੇ ਕਿ ਅਸੀਂ ਪਰਸਨਲ ਟੈਕਸ ਫਾਈਲਿੰਗ ਦੀ ਗੱਲ ਕਰਾਂਗੇ ਅੱਜ। ਠੀਕ ਹੈ, ਹਾਂਜੀ ਬਿਲਕੁਲ ਠੀਕ ਹੈ। ਪਰਸਨਲ ਟੈਕਸਿਸ 2022 ਜਿਹੜਾ ਪਿਛਲਾ ਸਾਲ ਨਿਕਲਿਆ ਆਪਾਂ ਉਹਦੀ ਫਾਈਲਿੰਗ ਹੁਣ ਡਿਊ ਹੈਗੀ ਹੈ। ਸੋ ਜੋ ਵੀ ਆਪਾਂ ਗੱਲ ਕਰਦੇ ਹਾਂ ਉਹਦੇ ਵਾਸਤੇ ਹੀ ਗੱਲ ਕਰਾਂਗੇ, 22 ਦੇ ਟੈਕਸਿਸ ਵਾਸਤੇ ਜੀ। ਔਰ ਜਿਹੜੀ ਟੈਕਸ ਫਾਈਲਿੰਗ ਦੀ ਆਖਰੀ ਤਰੀਕ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ 30 ਅਪ੍ਰੈਲ। ਸੋ ਪਰਸਨਲ ਟੈਕਸਿਸ ਕਿਸੇ ਦੇ ਵੀ ਹੈਗੇ ਨੇ, ਅਗਰ ਇੰਡੀਵਿਜੂਅਲ ਨੇ ਉਹਨਾਂ ਦੀ 30 ਅਪ੍ਰੈਲ ਡੇਟ ਹੈ। ਨੋਰਮਲੀ ਜੇ 30 ਅਪ੍ਰੈਲ ਛੁੱਟੀ ਆ ਜਾਂਦੀ ਹੈ, ਜਿੱਦਾਂ ਸੰਡੇ ਜਾਂ ਸੈਚਰਡੇ ਆ ਜਾਂਦਾ ਹੈ, ਤਾਂ ਉਹ ਇੱਕ ਦਿਨ ਐਕਸਟੈਂਡ ਹੋ ਜਾਂਦੀ ਹੈ। ਸੋ ਇਸ ਸਾਲ ਜਿਹੜੀ ਡੇਟ ਹੈ ਉਹ ਮਈ 1 ਹੋ ਗਈ ਹੈ, ਬਿਕਾਜ਼ ਇਟਸ ਵੀਕਐਂਡ ਆਪਣਾ 30 ਅਪ੍ਰੈਲ ਨੂੰ। ਔਰ ਜਿਹੜੇ ਆਪਣੀ ਸੈਲਫ ਇੰਪਲੋਇਡ ਬੰਦੇ ਨੇ, ਜਿਹੜੇ ਬੰਦਾ ਆਪਣੇ ਨਾਮ ਦੇ ਉੱਤੇ ਆਪਣਾ ਬਿਜ਼ਨਸ ਕਰਦੇ ਆ, ਨੋਟ ਦ ਕਾਰਪੋਰੇਸ਼ਨ, ਉਹਨਾਂ ਦੀ ਡੇਟ ਜੂਨ 15 ਹੁੰਦੀ ਹੈਗੀ ਹੈ। ਅਗਰ ਤੁਹਾਡੇ ਹਸਬੈਂਡ ਜਾਂ ਵਾਈਫ ਉਹ ਵੀ ਸੈਲਫ ਇੰਪਲੋਇਡ ਨੇ, ਤੁਹਾਡੀ ਡੇਟ ਆਟੋਮੈਟਿਕਲੀ ਜੂਨ 15 ਹੀ ਹੋ ਜਾਂਦੀ ਹੈਗੀ ਹੈ। ਸੋ ਬਟ ਜਨਰਲੀ ਸਪੀਕਿੰਗ ਲਾਸਟ ਡੇਟ ਆਪਣੀ 30 ਅਪ੍ਰੈਲ ਜਾਂ ਮਈ 1 ਇਸ ਸਾਲ ਵਾਸਤੇ। ਓਕੇ, ਸੋ ਜੇ ਅਸੀਂ ਟੈਕਸ ਫਾਈਲ ਨਹੀਂ ਕਰਦੇ ਫਿਰ ਕੀ ਹੋ ਸਕਦਾ ਹੈ? ਸੀਰੀਅਸ ਕੌਨਸੀਕੁਐਂਸਿਸ ਇਨ ਦੇਅਰ, ਸਪੈਸ਼ਲੀ ਇਸ ਸਾਲ ਜ਼ਿਆਦਾ ਸੀਰੀਅਸ ਨੇ। ਸੋ ਲੈਟਸ ਟੇਕ ਵਨ ਕਿ ਤੁਹਾਡਾ ਅਗਰ ਰਿਟਰਨ ਦੇ ਉੱਤੇ ਟੈਕਸ ਡਿਊ ਬਣਦਾ ਹੈਗਾ ਵਾ ਕਿ ਉਹ ਤਾਂ ਟੈਕਸ ਪੇ ਕਰਨਾ ਸੀਗਾ ਔਰ ਤੁਸੀਂ 30 ਅਪ੍ਰੈਲ ਨੂੰ ਜਿਹੜੀ ਉਹ ਡੇਟ ਮਿਸ ਕਰ ਗਏ। ਸੋ ਵੈਰੀ ਸਟ੍ਰੇਟ ਫਾਰਵਰਡ 5% ਜੋ ਤੁਹਾਡਾ ਟੈਕਸ ਡਿਊ ਸੀਗਾ ਉਹਦੀ ਪੈਨਲਟੀ ਬਣ ਜਾਏਗੀ। ਦੈਟਸ ਅ ਬਿਗ ਅਮਾਊਂਟ, ਪਲੱਸ 1% ਫॉर ਐਵਰੀ ਮੰਥ ਜਿੰਨਾ ਤੁਸੀਂ ਲੇਟ ਕਰਦੇ ਹੋ। ਸੋ ਅਗਰ ਸਪੋਜ਼ ਤੁਸੀਂ ਮਈ ਦੇ ਵਿੱਚ ਲੇਟ ਹੋ ਗਏ 6% ਹੋ ਗਈ, ਜੂਨ 'ਚ ਹੋ ਗਏ 7% ਹੋ ਗਈ। ਇਹ ਤਾਂ ਚਲੋ ਪੈਨਲਟੀ ਇੱਕ ਹੋਈ ਸੋ ਹੋ ਗਈ ਨਾ। ਦੂਜੀ ਪੈਨਲਟੀ ਜਿਹੜੀ ਹੈਗੀ ਨਾਲ ਉਹਦਾ ਇੰਟਰਸਟ ਪੈਣਾ ਸ਼ੁਰੂ ਹੋ ਜਾਂਦਾ ਹੈ। ਔਰ ਇੰਟਰਸਟ ਆਪਾਂ ਇਸ ਸਾਲ ਜ਼ਿਆਦਾ ਇਸ ਕਰਕੇ ਗੱਲ ਕਰ ਰਹੇ ਹਾਂ ਕਿ ਬਿਕਾਜ਼ ਐਵਰੀਬਡੀ ਨੋਜ਼ ਕਿ ਇੰਟਰਸਟ ਰੇਟਸ ਕਿੰਨੀਆਂ ਵੱਧ ਗਈਆਂ। ਔਰ ਹਲੇ ਜਸਟ ਕੱਲ ਹੀ ਆਪਣੀਆਂ ਉਹਨਾਂ ਨੇ ਰਿਵਾਈਜ਼ ਕੀਤੀਆਂ ਇੰਟਰਸਟ ਰੇਟਸ, ਨਾਓ ਇਟ ਇਜ਼ 9%। ਸੋ ਅਗਰ ਤੁਹਾਡਾ ਟੈਕਸ ਨਹੀਂ ਪੇ ਹੋਇਆ ਤੇ ਤੁਸੀਂ 9% ਇੰਟਰਸਟ ਪੇ ਕਰੋਗੇ, ਉਹ ਵੀ ਕੰਪਾਊਂਡਡ ਇੰਟਰਸਟ ਹੈ, ਨੋਟ ਲਾਈਕ ਸਿੰਪਲ ਇੰਟਰਸਟ ਜੇ ਤੁਸੀਂ ਫਾਈਨੈਂਸ਼ੀਅਲ ਦਾ ਕੋਈ ਸਮਝਦਾ ਹੈਗਾ। ਇਟਸ ਅ ਬਿਗ ਵਨ। ਸੋ ਕਾਫੀ ਐਕਸਪੈਂਸਿਵ ਹੈ। ਸੋ ਦੈਟ ਇਜ਼ ਅ ਵਨ ਕੌਨਸੀਕੁਐਂਸ ਕਿ ਹਾਂਜੀ ਤੁਹਾਨੂੰ ਪੈਨਲਟੀ 'ਤੇ ਇੰਟਰਸਟ ਪੇ ਕਰਨਾ ਪਏਗਾ। ਦੂਸਰਾ ਕੌਨਸੀਕੁਐਂਸ ਨਾ ਸਾਡੇ ਆਪਣੇ ਜਿਹੜੇ ਸੀਨੀਅਰ ਹੈਗੇ ਨੇ ਜਾਂ ਫਿਰ ਸਪੋਜ਼ ਆਪਣੀ ਜਿਹੜੇ ਕਪਲ ਨੇ ਜਿਨ੍ਹਾਂ ਦੇ ਬੱਚੇ ਛੋਟੇ ਨੇ, ਸੋ ਹਰ ਸਾਲ ਜੁਲਾਈ ਦੇ ਵਿੱਚ ਉਹਨਾਂ ਦੇ ਚਾਈਲਡ ਟੈਕਸ ਬੈਨੀਫਿਟ ਔਰ ਪੈਨਸ਼ਨ ਬੈਨੀਫਿਟਸ ਉਹ ਰਿਵਾਈਜ਼ ਹੁੰਦੇ ਨੇ। ਅਨਫੋਰਚੂਨੇਟਲੀ ਅਗਰ ਤੁਸੀਂ ਟੈਕਸ ਫਾਈਲ ਨਹੀਂ ਕੀਤਾ ਤਾਂ ਉਹ ਬ੍ਰੇਕ ਲੱਗ ਜਾਣੀ ਹੈ, ਤੁਹਾਨੂੰ 20 ਜੁਲਾਈ ਜਿਹੜੀ ਪੇਮੈਂਟ ਹੈ ਉਹ ਰੁਕ ਜਾਣੀ ਹੈ। ਸੋ ਕਈ ਲੋਕ ਹੁਣ ਸਪੈਸ਼ਲੀ ਸੀਨੀਅਰਸ ਵੀ ਉਹ ਡਿਪੈਂਡ ਕਰਦੇ ਨੇ ਉਸ ਇਨਕਮ ਦੇ ਉੱਤੇ ਹਰ ਮੰਥ ਵਾਸਤੇ। ਅਗਰ ਤੁਸੀਂ ਹੁਣ ਟੈਕਸ ਫਾਈਲ ਨਹੀਂ ਕਰੋਗੇ ਤਾਂ ਉਹ ਫਿਰ ਤੁਹਾਡੇ ਮੰਥਲੀ ਪੇਮੈਂਟ ਵੀ ਜਿਹੜੀ ਹੈ ਨਾ, ਅਫਕੋਰਸ ਫਾਈਲ ਕਰੋਗੇ ਆ ਜਾਏਗੀ, ਮੈਂ ਨਹੀਂ ਕਹਿੰਦਾ ਕਿ ਨਹੀਂ ਆਏਗੀ, ਲੇਕਿਨ ਡੈਫੀਨੇਟਲੀ ਤੁਹਾਡਾ ਕੈਸ਼ ਫਲੋ ਦਾ ਫਰਕ ਪੈ ਜਾਏਗਾ। ਸੋ ਸਮ ਸੀਰੀਅਸ ਕੌਨਸੀਕੁਐਂਸਿਸ ਵੀ ਹਾਈਲੀ ਰਿਕਮੈਂਡ ਜੀ ਨਹੀਂ ਕਿ 30 ਅਪ੍ਰੈਲ ਤੱਕ ਆਪਣੀ ਫਾਈਲਿੰਗ ਪ੍ਰੋਪਰਲੀ ਕਰ ਦਿਓ ਜੀ। ਓਕੇ, ਟੈਕਸ ਫਾਈਲਿੰਗ ਲਈ ਇਨੀਸ਼ੀਅਲ ਰਿਕੁਆਇਰਮੈਂਟਸ ਕੀ ਸਾਨੂੰ ਲੈ ਕੇ ਜਾਣਾ ਹੈ ਅਕਾਊਂਟੈਂਟ ਦੇ ਕੋਲ, ਜਾਂ ਜੇ ਆਪ ਕਰਨਾ ਹੈ ਤਾਂ ਕਿਹਨਾਂ ਗੱਲਾਂ ਦਾ ਖਿਆਲ ਰੱਖਣਾ? ਸੋ ਦੋ ਗੱਲਾਂ ਤਾਂ ਯਾਦ ਰੱਖੋ। ਪਹਿਲੀ ਗੱਲ ਤਾਂ ਆਪਣੀ ਇਨਕਮ ਦੇ ਉੱਤੇ, ਹਾਂਜੀ ਅਸੀਂ ਪਿਛਲੇ ਸਾਲ ਕੀ ਕਮਾਇਆ ਹੈ। ਨਾਓ ਕਿੰਨੇ ਬੜੇ ਲੋਕ ਨਾ ਗੱਲ ਕਰਨਗੇ ਕਿਹੜੀ ਸਲਿੱਪ ਕਹਿੰਦੇ ਪਏ ਹੋ, T4 ਕਹਿੰਦੇ ਪਏ ਹੋ, T5 ਕਹਿੰਦੇ, ਨੋ ਫੋਰਗੇਟ ਅਬਾਊਟ ਸਲਿੱਪਸ। ਆਪਾਂ ਗੱਲ ਹੀ ਨਹੀਂ ਕਰਦੇ ਸਲਿੱਪਾਂ ਦੀ। ਟੈਕਨੀਕਲ ਵਰਡ ਕਿਉਂ ਬੋਲਨੇ ਆਪਾਂ? ਅਸੀਂ ਆਮ ਆਦਮੀ ਨਾਲ ਗੱਲ ਕਰ ਰਹੇ ਹਾਂ ਤਾਂ ਆਮ ਆਦਮੀ ਦੀ ਗੱਲ ਕਰੀਏ ਉਹਨਾਂ ਨਾਲ। ਮੈਂ ਇੱਕ ਸਿੰਪਲ ਜਿਹੀ ਗੱਲ ਕਰਦਾ, ਤੁਸੀਂ ਪਿਛਲੇ ਸਾਲ ਜਨਵਰੀ ਤੋਂ ਲੈ ਕੇ ਦਸੰਬਰ ਤੱਕ 12 ਮਹੀਨੇ ਜਿਹੜੇ ਹੈਗੇ ਨੇ, ਤੁਸੀਂ ਸਿੰਪਲ ਇੰਨਾ ਗਿਣੋ ਕਿ ਮੈਂ ਪਿਛਲੇ ਸਾਲ ਕੀ ਕਮਾਇਆ ਵੈ।
ਠੀਕ ਹੈ। ਮੈਂ ਕੰਮ ਦੀ ਗੱਲ ਨਹੀਂ ਕਰ ਰਿਹਾ, ਮੈਂ ਕਮਾਨ ਦੀ ਗੱਲ ਕਰ ਰਿਹਾ। ਕਮਾਨ ਦੇ ਵਿੱਚ ਕੀ ਆ ਜਾਂਦਾ? ਤੁਸੀਂ ਜੌਬ ਕੀਤੀ ਹੈ, ਠੀਕ ਹੈ, 1 ਜਗ੍ਹਾ 2 ਜਗ੍ਹਾ 4 ਜਗ੍ਹਾ ਜੌਬ ਕੀਤੀ ਹੈ, ਉਹਨੂੰ ਇਕੱਠਾ ਕਰ ਲਵੋ। ਤੁਸੀਂ ਕੋਈ ਇਨਵੈਸਟਮੈਂਟ ਕੀਤੀ ਹੈ, ਤੁਹਾਨੂੰ ਉੱਥੋਂ ਕੋਈ ਆਪਣਾ GIC ਕੀਤੀ ਹੈ ਜਾਂ ਸ਼ੇਅਰਸ ਕੀਤੇ ਨੇ, ਉੱਥੋਂ ਕੋਈ ਤੁਹਾਨੂੰ ਇਨਕਮ ਆਈ ਹੈ, ਉਹਨੂੰ ਐਡ ਕਰ ਲਓ। ਤੁਸੀਂ ਕੋਈ ਬਿਜ਼ਨਸ ਕੀਤਾ ਵੈ ਅਤੇ ਉਹਨੂੰ ਕੋਈ ਐਡ ਕਰ ਲਓ। ਅਤੇ ਚੌਥੀ ਚੀਜ਼ ਹੈਗੀ, ਕੋਈ ਤੇਰੀ ਇਨਕਮ ਕਿਤੇ ਵੀ ਵਰਲਡ ਵਿੱਚ ਹੈਗੀ ਹੈ, ਜ਼ਰੂਰੀ ਨਹੀਂ ਕਿ ਕੈਨੇਡਾ ਵਿੱਚ ਹੈਗੀ, ਇੰਡੀਆ 'ਚ ਹੋ ਸਕਦੀ ਹੈ, ਕਿਤੇ ਬਾਹਰ ਵੀ ਹੋ ਸਕਦੀ, ਉਹ ਐਡ ਕਰ ਲਓ। ਪਹਿਲਾ ਕੰਮ ਤੁਸੀਂ ਇਹ ਕਰਨਾ ਵੈ, ਉਹਨੂੰ ਸਾਰਿਆਂ ਨੂੰ ਇੱਕ ਪੇਪਰ ਦੇ ਉੱਤੇ ਲਿਖ ਲਵੋ। ਉਸ ਤੋਂ ਬਾਅਦ ਤੁਸੀਂ ਸੋਚੋ, ਹਾਂ ਵੀ ਇਹਦੀ ਸਲਿੱਪ ਹੈਗੀ ਕਿ ਨਹੀਂ ਹੈਗੀ। ਤੁਸੀਂ ਸਮਝਦੇ ਹੋ ਕੰਮ ਕੀਤਾ ਵੈ, ਮੈਂ 4 ਜਗ੍ਹਾ ਕੰਮ ਕੀਤਾ, ਮੇਰੇ ਕੋਲ 3 ਸਲਿੱਪਾਂ ਆਈਆਂ। ਨੋ, ਤੁਹਾਨੂੰ ਚਾਰੋਂ ਡਿਕਲੇਅਰ ਕਰਨੀਆਂ ਵੈ, ਚੌਥੀ ਤੇਰੀ ਮਿਸ ਹੋ ਗਈ ਹੈ ਸਲਿੱਪ। ਆਈ ਜਾਂ ਨਹੀਂ ਆਈ ਇਹ ਫਰਕ ਨਹੀਂ ਪੈਂਦਾ, ਤੁਹਾਨੂੰ ਆਉਣਾ ਪਾਉਣਾ ਪੈਣਾ ਹੈਗਾ। ਸੋ ਪਹਿਲਾ ਕੰਮ ਇਹ ਵਾਲਾ। ਦੂਸਰਾ ਕੰਮ ਉਸ ਤੋਂ ਬਾਅਦ ਆ ਜਾਂਦਾ ਕਿ ਹਾਂਜੀ ਹੁਣ ਅਸੀਂ ਕੀ ਇਹਦੇ 'ਚੋਂ ਘਟਾ ਸਕਦੇ ਹਾਂ, ਡਿਡਕਸ਼ਨਸ ਕਹਿੰਦੇ ਆਪਾਂ ਹੁਣ ਨਾ। ਸੋ ਸਪੋਜ਼ ਤੁਹਾਡਾ ਬੱਚਾ ਡੇ ਕੇਅਰ ਦੇ ਵਿੱਚ ਜਾਂਦਾ ਹੈ, ਉਹਦੀ ਤੁਸੀਂ ਚਾਈਲਡ ਕੇਅਰ ਦੀ ਰਸੀਟ ਲੈ ਕੇ ਆਓ। ਤੁਸੀਂ ਕੋਈ ਡੋਨੇਸ਼ਨ ਕੀਤੀ ਹੈ, ਆਪਣਾ ਗੁਰਦੁਆਰੇ ਦੀ ਡੋਨੇਸ਼ਨ ਕੀਤੀ ਹੈ, ਜਾਂ ਆਪਾਂ ਐਨੂਅਲ ਕਰਦੇ ਹਾਂ, ਆਪਾਂ ਡਿਫੈਂਸ 'ਤੇ ਕਰਦੇ ਹਾਂ, ਉਹਦੀ ਕੋਈ ਰਸੀਟ ਹੈਗੀ ਹੈ, ਉਹ ਲੱਭ ਕੇ ਲਿਆਓ। ਮੈਡੀਕਲ ਐਕਸਪੈਂਸਿਸ ਨੇ ਉੱਦਾਂ ਦੀਆਂ। ਸੋ ਐਗਜ਼ਾਮਪਲਸ ਨੇ। ਇਹ ਸਾਰਾ ਪੇਪਰ ਵਰਕ ਇਕੱਠਾ ਕਰਕੇ ਸ਼ੁਰੂ ਕਰਕੇ, ਚਾਹੇ ਤੁਸੀਂ ਖੁਦ ਕਰਦੇ ਹੋ, ਜੇ ਕੋਈ ਸੌਫਟਵੇਅਰ ਦੇ ਨਾਲ ਕਰਦੇ ਹੋ, ਜਾਂ ਫਿਰ ਤੁਸੀਂ ਆਪਣੀ ਕਿਸੇ ਅਕਾਊਂਟੈਂਟ ਕੋਲ ਲੈ ਕੇ ਜਾਂਦੇ ਹੋ, ਉਹਨਾਂ ਕੋਲ ਇਕੱਠੇ ਲੈ ਕੇ ਜਾਓ। ਔਰ ਸਭ ਤੋਂ ਵੱਡੀ ਗੱਲ ਬੈਸਟ ਹੋਏਗੀ, ਤੁਹਾਡੇ ਅਕਾਊਂਟੈਂਟ ਦੇ ਕੋਲ ਜਾਓਗੇ, ਉਹਨਾਂ ਕੋਲ ਇੱਕ ਚੈੱਕ ਲਿਸਟ ਹੋਏਗੀ, ਉਸ ਤੋਂ ਤੁਸੀਂ ਮਾਰਕ ਕਰ ਸਕਦੇ ਹੋ ਕਿ ਹਾਂਜੀ ਆਹ ਚੀਜ਼ ਹੋ ਗਈ ਹੋ ਗਈ ਹੋ ਗਈ ਹੋ ਗਈ। ਨਹੀਂ ਵੀ ਹੈਗੀ ਤੁਹਾਡੇ ਕੋਲ, ਤੁਸੀਂ ਔਨਲਾਈਨ ਵੀ ਚੈੱਕ ਲਿਸਟ ਮਿਲ ਜਾਂਦੀਆਂ ਹੈਗੀਆਂ ਮੈਂ, ਤਾਂ ਉੱਥੋਂ ਵੀ ਤੁਸੀਂ ਚੈੱਕ ਕਰਕੇ ਦੇਖ ਸਕਦੇ ਹੋ। ਸਾਡੀ ਆਪਣੀ ਵੈਬਸਾਈਟ 'ਤੇ ਵੀ ਹੈਗੀ ਹੈ ਇੱਕ, ਅਤੇ ਚੀਜ਼ ਚੈੱਕ ਕਰਕੇ ਦੇਖ ਸਕਦੇ ਹੋ ਕਿ ਹਾਂਜੀ ਮੈਂ ਸਾਰੀ ਚੀਜ਼ਾਂ ਇਕੱਠੀਆਂ ਕਰ ਲਈਆਂ। ਨਾਓ ਲੈਟਸ ਡੂ ਟੈਕਸਿਸ। ਅੱਛਾ, ਮੈਂ ਹਮੇਸ਼ਾ ਹੀ ਇਸ ਗੱਲੋਂ ਨਾ ਕਨਫਿਊਜ਼ਨ ਕਿਤੇ ਮਨ ਦੇ ਵਿੱਚ ਰਹਿੰਦੀ ਹੈ। ਮੈਂ ਆਲੇ ਦੁਆਲੇ ਕਈਆਂ ਤੋਂ ਸੁਣਦੀ ਹਾਂ, ਉਹ ਆਪ ਟੈਕਸ ਫਾਈਲ ਕਰਦੇ ਆ ਕਿ ਅੱਛਾ ਸੌਫਟਵੇਅਰ ਮਿਲ ਜਾਂਦਾ ਹੈ, ਇੰਨੇ ਕੁ ਡਾਲਰਸ ਤੁਸੀਂ ਦੇਣੇ ਆ ਐਂਡ ਦੈਨ ਯੂ ਆਰ ਗੁੱਡ। ਅਤੇ ਕਈ ਜਣੇ ਪ੍ਰੋਫੈਸ਼ਨਲ ਅਕਾਊਂਟੈਂਟਸ ਦੇ ਕੋਲ ਜਾਂਦੇ ਆ। ਤੁਸੀਂ ਆਪ ਅਕਾਊਂਟੈਂਟ ਹੋ, ਪਰ ਜੇ ਨਿਊਟਰਲ ਆਨਸਰ ਦੇਣਾ ਹੋਵੇ ਤਾਂ ਕੀ ਤੁਹਾਨੂੰ ਲੱਗਦਾ ਕਿ ਪਰਸਨਲੀ ਆਪ ਇਕੱਲਿਆਂ ਅਸੀਂ ਟੈਕਸ ਫਾਈਲਿੰਗ ਕਰ ਦਈਏ ਅਤੇ ਉਹ 'ਚ ਕੁਛ ਮਿਸ ਨਹੀਂ ਹੋਏਗਾ? ਦੇਖੋ, ਅਗਰ ਸੋ ਇਹ ਨਾ ਬੜਾ ਕੰਟਰੋਵਰਸ਼ੀਅਲ ਵਰਡ ਜਿਹਾ ਹੋਇਆ ਵਾ। ਅਸੀਂ ਨਾ ਬੜੀ ਪੁਰਾਣੀ ਗੱਲ ਕਰਦੇ ਹਾਂ ਕਿ ਨਾ ਬੜੇ ਲੋਕਾਂ ਦੀ ਕੰਪਲੇਂਟ ਹੈ ਜੀ ਕਿ ਅਸੀਂ ਟੈਕਸ ਫਾਈਲ ਕਰਦੇ ਹਾਂ, ਫਿਰ ਟੈਕਸ ਫਾਈਲ ਕਰਨ ਵਾਸਤੇ ਫਿਰ ਦੁਬਾਰਾ ਕਿਸੇ ਨੂੰ ਫੀਸ ਪੇ ਕਰਦੇ ਹਾਂ, ਉਹ ਵੀ ਕੋਰ ਟੈਕਸ ਹੀ ਹੈਗਾ ਸਾਡਾ। ਸਾਨੂੰ ਥੋੜ੍ਹਾ ਰਿਟਰਨ ਕੋਈ ਆਉਂਦੀ ਵੀ ਟੈਕਸ ਪੇ ਕਰਨ ਵਾਸਤੇ ਸਾਨੂੰ ਟੈਕਸ ਹੋਰ ਪੇ ਕਰਨਾ ਪੈਂਦਾ, ਫੀਸ ਪੇ ਕਰਨੀ ਪੈਂਦੀ ਨਾ। ਲੇਕਿਨ ਨਾ ਸਾਡਾ ਟੈਕਸ ਕੋਡ ਜਿਹੜਾ ਹੈਗਾ ਵਾ, ਜਾਂ ਜੋ ਇਨਕਮ ਟੈਕਸ ਐਕਟ ਹੈਗਾ ਵਾ, ਇਹ ਨਾ ਬੜਾ ਕੰਪਲੀਕੇਟਿਡ ਹੈ। ਕੰਪਲੀਕੇਟਿਡ ਮੀਨਸ ਕਿ ਟੈਕਨੀਕਲ ਹੈ, ਰਾਈਟ। ਕਈ ਵਰਡਸ ਜਿਹੜੇ ਹੈਗੇ ਆ, ਉਹ ਮੈਂ ਇੱਥੇ ਅਗਰ ਬੋਲਣੇ ਸ਼ੁਰੂ ਕਰਾਂਗਾ ਦੈਨ ਸਭ ਨੂੰ ਨੀਂਦ ਹੀ ਆ ਜਾਏਗੀ। ਟੈਕਨੀਕਲ ਵਰਡ ਹੋ ਜਾਂਦਾ ਕਿ ਮਤਲਬ ਕੀ ਬੋਲਦੇ ਪਏ ਆ, ਜਿਬਰਿਸ਼ ਜਾਂਦੇ ਨਾ। ਜਦੋਂ ਸਪੋਜ਼ ਕਿ ਡਾਕਟਰ ਮੇਰੇ ਨਾਲ ਕੋਈ ਇੱਦਾਂ ਦੀ ਆਪਣੇ ਮੈਡੀਕਲ ਵਰਡ ਬੋਲਣਾ ਸ਼ੁਰੂ ਕਰਦੇ, ਮੈਨੂੰ ਵੀ ਸਮਝ ਨਹੀਂ ਆਣੀ ਨਾ। ਸੋ ਉਹਦੇ ਵਾਸਤੇ ਨਾ ਅਸੀਂ ਔਰ ਦੂਜੀ ਗੱਲ ਹੈਗੀ ਹੈ ਕਿ ਇੰਨਾ ਕੁ ਵਾਸਟ ਹੈਗਾ ਵੈ, ਇੰਨਾ ਕੁ ਹੈਗਾ ਵੈ ਕਿ ਇੱਕ ਦੋ ਚੀਜ਼ਾਂ ਨਹੀਂ, ਬੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਬੰਦਾ ਮਿਸ ਕਰ ਸਕਦਾ ਵੈ। ਸੋ ਉਹਦੇ ਵਾਸਤੇ ਨਾ ਅਸੀਂ ਆਲਵੇਜ਼ ਕਹਿੰਦੇ ਹਾਂ ਕਿ ਐਕਸਪਰਟ ਦੇ ਕੋਲ ਜਾਓ। ਯੈਸ, ਤੁਸੀਂ ਸ਼ਾਇਦ $100, $200, $400 ਜੋ ਵੀ ਤੁਹਾਡੀ ਕਾਸਟ ਹੋਈ, ਮੈਨੂੰ ਨਹੀਂ ਪਤਾ ਹੋਏਗਾ, ਉਹਦੀ ਕਾਸਟ ਨਾ ਵੈਲਿਊ ਹੈ। ਅਗਰ ਤੁਸੀਂ 200 ਦੇ ਕੇ 300 ਬਚਾ ਲਿਆ, ਜਾਂ ਫਿਰ ਹੋਰ ਕੁਝ ਨਾ ਹੋਵੇ, ਸਭ ਤੋਂ ਵੱਡੀ ਗੱਲ ਹੁੰਦੀ ਪੀਸ ਆਫ ਮਾਈਂਡ ਦੀ ਕਿ ਹਾਂ ਮੇਰੀ ਰਿਟਰਨ ਠੀਕ ਫਾਈਲ ਹੋਈ ਹੈ, ਗਲਤ ਨਹੀਂ ਹੋਈ। ਇਹ ਬੜੀ ਵੱਡੀ ਗੱਲ ਹੈ। ਅੱਜ ਸ਼ਾਇਦ ਅਸੀਂ ਕੁਝ ਘੱਟ ਪੈਸੇ ਦੇ ਕੇ ਜਾਂ ਖੁਦ ਕਰਕੇ ਰਿਟਰਨ ਕਰ ਲਈਏ, ਪਰ ਉਸ ਤੋਂ ਬਾਅਦ ਉਹੀ ਉਹਨੂੰ ਕੋਸਟ ਪੇ ਕਰਨੀ ਪਵੇ ਕਿ ਆਡਿਟ ਆ ਜਾਵੇ ਜਾਂ ਕੁਝ ਹੋ ਜਾਏ, ਉਹ ਜ਼ਿਆਦਾ ਮਹਿੰਗੀ ਪੈਂਦੀ ਹੈਗੀ ਹੈ। ਸੋ ਮਨੀ ਜਿਹੜੀ ਸਪੈਂਡ ਹੈ ਉਹ ਵੀ ਇੱਕ ਸੇਵਿੰਗ ਹੈਗੀ। ਨਾਓ ਇਨ ਡਿਫੈਂਸ ਆਫ ਕਿ ਜਿਹੜੇ ਬੰਦੇ ਖੁਦ ਸਮਝਦੇ ਨੇ ਟੈਕਸ ਕੋਡ ਨੂੰ, ਜਾਂ ਬੰਦੇ ਪੜ੍ਹੇ ਲਿਖੇ ਨੇ ਜਿਹੜੇ ਸਮਝ ਸਕਦੇ ਕੋਈ ਲਿਖਿਆ ਕੀ ਹੈਗਾ ਵਾ, ਜਾਂ ਫਿਰ ਜਿਹਨਾਂ ਦੀ ਬਹੁਤ ਸਿੰਪਲ ਹੈਗੀ ਹੈ, ਕੋਈ ਮਤਲਬ ਇੱਕ ਸਟੂਡੈਂਟ ਹੈ, ਉਹਦੇ ਕੋਲ T4 ਸਲਿੱਪ ਹੈਗੀ ਹੈ, ਕੁਝ ਖਾਸ ਨਹੀਂ ਹੈਗਾ, ਉਹਨੂੰ ਮੈਂ ਨਹੀਂ ਕਹਾਂਗਾ, ਉਹ ਖੁਦ ਵੀ ਫਾਈਲ ਕਰ ਸਕਦੇ, ਮੈਂ ਨਹੀਂ ਕਹਾਂਗਾ ਗਲਤ ਹੈਗਾ। ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਨਾ ਕਿ ਸਾਡੇ ਜਿਹੜੇ ਸੌਫਟਵੇਅਰਸ ਹੈਗੇ ਨੇ, ਉਹ ਬੜੇ ਸਮਾਰਟ ਹੋ ਗਏ ਨੇ ਸੌਫਟਵੇਅਰਸ ਨਾ, ਹੁਣ ਕਾਫੀ ਕੁਆਲਿਟੀ ਬਹੁਤ ਵਧੀਆ ਹੋ ਗਈ ਹੈ। ਸੋ ਨਾਟ ਰੋਂਗ ਅਬਾਊਟ ਇਟ। ਲੇਕਿਨ ਅਗਰ ਤੁਹਾਡੀ ਸਿਚੁਏਸ਼ਨ ਥੋੜੀ ਜਿਹੀ ਵੀ ਕੰਪਲੀਕੇਸ਼ਨ ਹੈਗੀ ਹੈ, ਹਾਈਲੀ ਰਿਕਮੈਂਡਡ ਤੁਸੀਂ ਅਕਾਊਂਟੈਂਟ ਨੂੰ ਜ਼ਰੂਰ ਕਰੋ। ਸ਼ੋਰ। ਨਰੇਸ਼ ਜੀ ਸਾਡੇ ਨਾਲ ਫੋਨ ਲਾਈਨ ਤੇ ਸ਼ਾਮਲ ਹੋ ਰਹੇ, ਉਹਨਾਂ ਦੀ ਗੱਲ ਸੁਣਦੇ ਹਾਂ। ਸੁਰੇਸ਼ ਜੀ, ਓਕੇ। ਹੈਲੋ ਨਰੇਸ਼ ਜੀ, ਤੁਸੀਂ ਆਨ ਏਅਰ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੈਂ ਪੁੱਛਣਾ ਚਾਹੁੰਦਾ ਸੀ ਕਿ ਜਿਹੜੇ ਬੱਚਿਆਂ ਦੀ ਰਿਕ੍ਰੀਏਸ਼ਨਲ ਐਕਟੀਵਿਟੀਜ਼ ਹੈਗੀਆਂ ਇਸ ਵਕਤ, ਉਹਨਾਂ ਦੀ ਅਸੀਂ ਨਹੀਂ ਕਰ ਸਕਦੇ ਹੁਣ, ਜਾਂ ਫਿਰ ਜਿੱਦਾਂ ਹੁਣ ਘੁਮਾਉਣ ਸੈਂਟਰ 'ਚ ਜਾਂ UCMS ਵਗੈਰਾ ਸੈਂਟਰ 'ਚ ਜਾਂਦੇ ਆ ਬੱਚੇ, ਉਹ ਕਲੇਮ ਕਰ ਸਕਦੇ ਆ ਕਿਸੇ ਵੇ 'ਤੇ, ਜਾਂ ਉਹ ਜਸਟ ਇੱਦਾਂ ਹੀ ਆ? ਆਲਰੇਡੀ 500 ਮੇਰੇ ਖਿਆਲ ਗਵਰਨਮੈਂਟ ਦੇ ਰਹੀ ਹੈ ਟਿਊਸ਼ਨ ਫੀਸ ਹੀ ਹੈ ਉਹ। ਓਕੇ, ਥੈਂਕ ਯੂ ਫॉर योर क्वेश्चन ਨਰੇਸ਼ ਜੀ।
ਸੋ ਨਰੇਸ਼ ਜੀ ਕੁਐਸਚਨ ਪੁੱਛਦੇ ਪਏ ਨੇ ਗੁਰਪ੍ਰੀਤ ਆਪਣੇ ਕਿ ਬੱਚੇ ਜਿੱਦਾਂ ਜਿਮਨੈਸਟਿਕਸ ਦੀ ਐਕਟੀਵਿਟੀਜ਼ ਜਾਂਦੇ ਹੈਗੇ ਨੇ ਜਾਂ ਫਿਰ ਸਵਿਮਿੰਗ ਦੀ ਜਾਂਦੇ ਹੈਗੇ ਨੇ ਜਾਂ ਫਿਰ ਆਪਣੇ ਜਿੱਦਾਂ ਹੁਣ ਯੂਸੀ ਮਾਸ ਆਪਣਾ ਕੁਛ ਐਜੂਕੇਸ਼ਨ ਪ੍ਰੋਗਰਾਮ ਵਾਸਤੇ ਆਉਂਦੇ ਨੇ ਕਿ ਉਹਨਾਂ ਕੋਈ ਆਪਣਾ ਟੈਕਸ ਦੇ ਵਿੱਚ ਆਪਾਂ ਕ੍ਰੈਡਿਟ ਮਿਲ ਸਕਦਾ ਕਿ ਨਹੀਂ ਮਿਲ ਸਕਦਾ ਸੋ ਅਨਫੋਰਚੂਨੇਟਲੀ ਇਹ 2017 ਆਈ ਬਿਲੀਵ ਉਸ ਟਾਈਮ ਦੇ ਵਿੱਚ ਉਹ ਬੰਦ ਹੋ ਗਏ ਸੀ ਵੀ ਯੂਜ਼ ਟੂ ਗੈਟ ਇਟ ਆਪਾਂ ਹੁੰਦੇ ਸੀਗੇ ਆਪਣਾ ਉਹ ਉਸ ਤੋਂ ਬਾਅਦ ਨਾ ਉਹ ਹੁਣ ਡਿਡਕਸ਼ਨਸ ਹੁਣ ਕਲੇਮ ਨਹੀਂ ਹੋ ਰਹੀਆਂ ਹੈਗੀਆਂ ਲੇਕਿਨ ਇੱਕ ਮੈਂ ਚੀਜ਼ ਕਹਾਂਗਾ ਹੋਰ ਇਹਦੇ ਵਿੱਚ ਨਾ ਵੀ ਸਟਿਲ ਹੈਵ ਅ ਡਿਡਕਸ਼ਨਸ ਫॉर ਜਦੋਂ ਹੁਣ ਸਮਰ ਆ ਰਹੀ ਹੈ ਹੁਣ ਤਾਂ ਸਮਰ ਦੇ ਵਿੱਚ ਬੱਚੇ ਡੇ ਕੈਂਪਸ ਵਾਸਤੇ ਜਾਂਦੇ ਹੈਗੇ ਨੇ ਜਿੱਦਾਂ ਹੁਣ ਕਈ ਬੱਚੇ ਜਿੱਦਾਂ ਹੁਣ ਡੇ ਕੇਅਰ ਦੇ ਵਿੱਚ ਜਾਣੇ ਨੇ ਹੁਣ ਡੇ ਕੇਅਰ ਬੰਦ ਹੋ ਜਾਂਦੀਆਂ ਕੁਛ ਹੁੰਦੇ ਨੇ ਬੱਚੇ ਘਰ ਹੈਗੇ ਨੇ ਤੁਸੀਂ ਉਹਨਾਂ ਨੂੰ ਡੇ ਕੈਂਪ 'ਚ ਪਾ ਦਿੰਦੇ ਹੋ ਕਿ 5 ਦਿਨ ਦਾ ਡੇ ਕੈਂਪ ਹੈਗਾ ਵੈ ਦੇਅਰ ਸਪੋਰਟਸ ਐਕਟੀਵਿਟੀਜ਼ ਉਹ ਸਟਿਲ ਅਲਾਊਡ ਹੈਗੀਆਂ ਮੈਂ ਉਹਨਾਂ ਤੁਸੀਂ ਚਾਈਲਡ ਕੇਅਰ ਐਕਸਪੈਂਸਿਸ ਦੇ ਅੰਡਰ ਤੁਸੀਂ ਸਟਿਲ ਕਲੇਮ ਕਰ ਸਕਦੇ ਹੋ ਲੇਕਿਨ ਅਨਫੋਰਚੂਨੇਟਲੀ ਜਿੱਦਾਂ ਹੁਣ ਸਵਿਮਿੰਗ ਲੈਸਨਸ ਨੇ ਜਿਮਨੈਸਟਿਕ ਲੈਸਨਸ ਨੇ ਯੂਸੀ ਮਾਸ ਨੇ ਤੁਸੀਂ ਉਹਨਾਂ ਨੂੰ ਹਾਲੇ ਹੁਣ ਨਹੀਂ ਤੁਸੀਂ ਕਲੇਮ ਕਰ ਸਕਦੇ ਹੋ ਅਲਾਊਡ ਨਹੀਂ ਹੈਗੀ ਓਕੇ ਸਾਡੇ ਲਿਸਨਰ ਰਾਹਿਲ ਉਹਨਾਂ ਨੇ ਟੈਕਸਟ ਮੈਸੇਜ ਕੀਤਾ ਕਹਿੰਦੇ ਕਿ ਉਹਨਾਂ ਦੇ ਵਾਈਫ ਇੰਡੀਆ ਤੋਂ ਕੈਨੇਡਾ ਲਾਸਟ ਈਅਰ ਮੂਵ ਹੋਏ ਆ ਤੇ ਕਹਿੰਦੇ ਕਿ ਜਦੋਂ ਮੈਂ ਆਪਣੇ ਟੈਕਸ ਫਾਈਲ ਕਰਨੇ ਆ ਟਰੈਵਲ ਐਕਸਪੈਂਸ ਉਹਨਾਂ ਦਾ ਕਲੇਮ ਕਰ ਸਕਣਾ ਸੋ ਪਹਿਲੀ ਮੇਰੀ ਅਜ਼ੰਪਸ਼ਨ ਹੋਏਗੀ ਕਿ ਉਹਨਾਂ ਦੇ ਵਾਈਫ ਜਿਹੜੇ ਆਏ ਨੇ ਉਹ ਪੱਕੇ ਆਏ ਨੇ PR ਦੇ ਉੱਤੇ ਆਏ ਹੈਗੇ ਨੇ ਆਪਣਾ ਹੋਏ ਹੈਗੇ ਨੇ ਅਤੇ ਉਹ ਫਸਟ ਟਾਈਮ ਇਮੀਗ੍ਰੈਂਟ ਹੈਗੇ ਨੇ ਆਪਣੇ ਫਾਈਲਿੰਗ ਵਾਸਤੇ ਨੇ ਸੋ ਅਨਫੋਰਚੂਨੇਟਲੀ ਉਹ ਟਰੈਵਲ ਐਕਸਪੈਂਸਿਸ ਨਹੀਂ ਕਲੇਮ ਕਰ ਸਕਦੇ ਉਸ ਵਾਸਤੇ ਉਹਦੇ 'ਚ ਕੋਈ ਡਿਡਕਸ਼ਨ ਆਪਣੇ ਕੋਲ ਅਵੇਲੇਬਲ ਨਹੀਂ ਹੈਗੀ ਜੀ ਅਤੇ ਇੱਕ ਹੋਰ ਕੁਐਸਚਨ ਹੈ ਕਿ ਉਹਨਾਂ ਦੇ ਪੇਰੈਂਟਸ ਪਿਛਲੇ ਸਾਲ ਇੰਡੀਆ ਤੋਂ ਕੈਨੇਡਾ ਮੂਵ ਹੋਏ ਨੇ ਅਤੇ ਕੀ ਉਹਨਾਂ ਦੀ ਟੈਕਸ ਫਾਈਲਿੰਗ ਕਰਨ ਦੀ ਵੀ ਜ਼ਰੂਰਤ ਹੈ ਅਤੇ ਉਹ PR ਆਏ ਨੇ ਸੋ ਉਹਨਾਂ ਦੇ ਪੇਰੈਂਟਸ ਜੇ PR ਆਏ ਨੇ ਤਾਂ ਫਸਟ ਟਾਈਮ ਇਮੀਗ੍ਰੈਂਟ ਹੈਗੇ ਨੇ ਤਾਂ ਆਈ ਵੁੱਡ ਹਾਈਲੀ ਰਿਕਮੈਂਡ ਜੀ ਕਿ ਉਹਨਾਂ ਦੀ ਟੈਕਸ ਫਾਈਲਿੰਗ ਜ਼ਰੂਰ ਕਰੋ ਆਪਾਂ ਸ਼ਾਇਦ ਇੱਕ ਕੁਐਸਚਨ ਬਾਅਦ 'ਚੋਂ ਸ਼ਾਇਦ ਲਵਾਂਗੇ ਜਾਂ ਗੱਲ ਕਰਾਂਗੇ ਕਿ ਹਾਂਜੀ ਟੈਕਸ ਫਾਈਲਿੰਗ ਦੇ ਬੈਨੀਫਿਟਸ ਕੀ ਹੁੰਦੇ ਹੈਗੇ ਨੇ ਡੈਫੀਨੇਟਲੀ ਉਹਨਾਂ ਨੂੰ ਟੈਕਸ ਫਾਈਲਿੰਗ ਕਰਨੀ ਚਾਹੀਦੀ ਹੈਗੀ ਹੈ ਮੈਂ ਜ਼ਰੂਰੀ ਨਹੀਂ ਵਰਡ ਕਹਿ ਰਿਹਾ ਚਾਹੀਦੀ ਹੈਗੀ ਹੈ ਓਕੇ ਅਸੀਂ ਜਦੋਂ ਘਰੋਂ ਕੰਮ ਕਰਦੇ ਹਾਂ ਬਹੁਤ ਸਾਰੇ ਪ੍ਰੋਫੈਸ਼ਨਲਸ ਵਰਕ ਫਰੋਮ ਹੋਮ ਹੱਲੇ ਵੀ ਕਰ ਰਹੇ ਨੇ ਅਤੇ ਕੀ ਜਦੋਂ ਇਸ ਸਾਲ ਵੀ ਆਪਾਂ 2022 ਵਾਸਤੇ ਟੈਕਸ ਫਾਈਲਿੰਗ ਕਰਨੀ ਹੈ ਉਹਦੇ 'ਚ ਉਹ ਐਕਸਪੈਂਸਿਸ ਪਾਏ ਜਾ ਸਕਦੇ ਵਰਕ ਫਰੋਮ ਹੋਮ ਦੇ ਕੋਈ ਰਿਲੀਫ ਹੈਗੀ ਹੈ ਬਿਲਕੁਲ ਸੋ ਵਰਕ ਫਰੋਮ ਹੋਮ ਪਹਿਲਾਂ ਵੀ ਸ਼ੁਰੂ ਤੋਂ ਹੀ ਸੀਗਾ ਅਵੇਲੇਬਲ ਅੱਜ ਤੋਂ ਨਵਾਂ ਨਹੀਂ ਹੈ ਅਵੇਲੇਬਲ ਹੈਗਾ ਕਿ ਤੁਸੀਂ ਸਪੋਜ਼ ਆਪਣੇ ਘਰੋਂ ਕੰਮ ਕਰ ਰਹੇ ਹੋ ਮੇਨ ਕੰਡੀਸ਼ਨ ਹੈਗੀ ਕਿ ਤੁਸੀਂ 50% ਆਫ ਜਾਂ ਮੋਰ ਟਾਈਮ ਜਿਹੜਾ ਹੈਗਾ ਤੁਸੀਂ ਆਪਣੇ ਘਰੋਂ ਕੰਮ ਕਰਦੇ ਸੀਗੇ ਤਾਂ ਤੁਸੀਂ ਘਰੋਂ ਡਿਡਕਸ਼ਨ ਕਲੇਮ ਕਰਦੇ ਸੀਗੇ ਜਦੋਂ ਹੁਣ ਕੋਵਿਡ ਆਇਆ ਤਾਂ ਸਾਰੇ ਘਰ ਬੈਠ ਕੇ ਆਲਮੋਸਟ ਐਵਰੀਵਨ ਵਾਸ ਵਰਕਿੰਗ ਫਰਮ ਹੋਮ ਐਂਡ ਪ੍ਰੀਟੀ ਮਚ 100% ਐਂਡ ਉਹ ਹਾਲੇ ਵੀ ਕੰਟੀਨਿਊ ਹੋ ਰਿਹਾ ਕਈ ਕੰਪਨੀਜ਼ ਨੇ ਆਪਣੇ ਬੁਲਾਏ ਨੇ EMPLOYEES ਤੇ ਹਾਲੇ ਕਈ ਹੈਗੇ ਨੇ ਨਹੀਂ ਆਏ ਹੈਗੇ ਸੋ ਡਿਡਕਸ਼ਨ ਹਾਲੇ ਵੀ ਅਵੇਲੇਬਲ ਹੈ ਦਾ ਓਨਲੀ ਜਿਹੜਾ ਡਿਫਰੈਂਸ ਇਹ ਹੈ ਕਿ ਉਹਦੀ ਕੈਲਕੂਲੇਸ਼ਨ ਹੁੰਦੀ ਹੈ ਕਿ ਕਿੱਦਾਂ ਕਲੇਮ ਕਰੀਦਾ ਹੈ ਕੋਵਿਡ ਦੇ ਵਿੱਚ ਗਵਰਨਮੈਂਟ ਨੇ ਕੀ ਕੀਤਾ ਕਿ ਸਿੰਪਲੀਫਾਈਡ ਮੈਥਡ ਇੱਕ ਦੇ ਦਿੱਤਾ ਕਿ $2 ਪਰ ਡੇ ਤੁਸੀਂ ਫਲੈਟ ਕਲੇਮ ਕਰ ਲਓ ਤੁਹਾਨੂੰ ਕੁਝ ਪ੍ਰੂਫ ਦੇਣ ਦੀ ਜ਼ਰੂਰਤ ਨਹੀਂ ਹੈ ਉਹ ਉਹਨਾਂ ਨੇ 1 ਸਾਲ ਲਈ ਹੋਰ ਐਕਸਟੈਂਡ ਕਰ ਦਿੱਤਾ ਵੈ ਸੋ ਅਪ ਟੂ 250 ਡੇਜ਼ 250 ਦਿਨ ਆਪਣੇ 1 ਸਾਲ ਦੇ ਵਿੱਚ ਟਾਈਮਸ 2 500 ਤੁਸੀਂ $500 ਤੱਕ ਕੋਈ ਡਿਡਕਸ਼ਨ ਇਸ ਸਾਲ ਵੀ ਕਲੇਮ ਕਰ ਸਕਦੇ ਹੋ 2022 ਦੀ ਵੀ ਅਵੇਲੇਬਲ ਹੈ 23 ਦੀ ਹਾਲੇ ਤੁਹਾਨੂੰ ਪਤਾ ਨਹੀਂ ਹੈ ਲੇਕਿਨ ਤੁਸੀਂ ਕਰ ਸਕਦੇ ਹੋ ਇਸ ਸਾਲ ਵੀ ਸਿੰਪਲੀਫਾਈਡ ਮੈਥਡ ਵਿੱਚ ਅਗਰ ਤੁਹਾਡੇ ਕੋਲ ਐਕਸਪੈਂਸਿਸ ਜ਼ਿਆਦਾ ਨਹੀਂ ਤੁਸੀਂ ਸਮਝਦੇ ਹੋ ਕਿ ਹਾਂਜੀ ਨਹੀਂ ਮੇਰਾ ਖਰਚਾ ਜ਼ਿਆਦਾ ਹੁੰਦਾ ਹੈਗਾ ਵੈ ਜਾਂ ਮੈਂ ਕੁਝ ਹੋਰ ਕੀਤਾ ਵੈ ਦੈਨ ਤੁਸੀਂ ਡੀਟੇਲਡ ਮੈਥਡ ਹੈ ਉਹ ਪਹਿਲਾਂ ਵੀ ਅਵੇਲੇਬਲ ਸੀਗਾ ਹਾਲੇ ਵੀ ਅਵੇਲੇਬਲ ਹੈ ਤੁਸੀਂ ਇਸ ਸਾਲ ਵੀ ਕਲੇਮ ਕਰ ਸਕਦੇ ਹੈਗੇ ਜੀ ਅੱਛਾ ਸੁਰੇਸ਼ ਜੀ ਇੱਕ ਹੋਰ ਚੀਜ਼ ਹੈ ਕਿ ਆਪਾਂ ਮੈਡੀਕਲ ਐਕਸਪੈਂਸਿਸ ਵੀ ਪਾ ਸਕਦੇ ਡਿਡਕਸ਼ਨਸ ਜਿਹੜੀਆਂ ਅਸੀਂ ਉਹਨਾਂ ਦੇ ਬਾਰੇ ਥੋੜ੍ਹੀ ਜਿਹੀ ਗੱਲ ਕੀਤੀ ਹੈ ਡੋਨੇਸ਼ਨਸ ਕੀਤੀਆਂ ਉਹ ਵੀ ਮੈਨਸ਼ਨ ਕਰ ਦਿਓ ਵਾਈਲ ਟੈਕਸ ਫਾਈਲਿੰਗ ਪਰ ਕੋਈ ਅਜਿਹੀ ਚੀਜ਼ ਵੀ ਹੈ ਜਿਹੜੀ ਅਸੀਂ ਮਿਸ ਕਰ ਜਾਂਦੇ ਹਾਂ ਬਹੁਤ ਸਾਰੀਆਂ ਹੋ ਸਕਦੀਆਂ ਡਿਪੈਂਡਸ ਉਹ ਕੁਝ ਚੀਜ਼ਾਂ ਤਾਂ ਨਾ ਸਾਨੂੰ ਆਮ ਨੂੰ ਪਤਾ ਹੀ ਨਹੀਂ ਕਿ ਹਾਂਜੀ ਹੁਣ ਆਮ ਹੋ ਗਈਆਂ ਇੱਕ ਇਹ ਤੁਸੀਂ ਵਿਸ਼ਵਾਸ ਕਰੋਗੇ ਕਿ ਮੈਡੀਕਲ ਐਕਸਪੈਂਸਿਸ ਵੀ ਇੱਕ ਇੱਦਾਂ ਦੀ ਡਿਡਕਸ਼ਨ ਸੀ ਜਾਂ ਕ੍ਰੈਡਿਟ ਸੀਗਾ ਜਿਹੜਾ ਨਾ ਲੋਕ ਨਹੀਂ ਕਲੇਮ ਕਰਦੇ ਹੁੰਦੇ ਸੀਗੇ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਹਾਂਜੀ ਮੈਂ ਡੈਂਟਿਸਟ ਦੇ ਕੋਲ ਜਾਂਦੇ ਹਾਂ ਅਤੇ ਮੈਂ ਉਹ ਕਲੇਮ ਜਾਂ ਮੇਰੇ ਗਲਾਸਿਸ ਮੈਂ ਪਾਉਂਦਾ ਮੈਂ ਗਲਾਸਿਸ ਨੂੰ ਵੀ ਕਲੇਮ ਕਰ ਸਕਦਾ ਮੈਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਸੀਗਾ ਬੜੇ ਲੋਕ ਸਾਨੂੰ ਹਾਲੇ ਵੀ ਸਰਪ੍ਰਾਈਜ਼ ਕਰਦੇ ਹੈਗੇ ਨੇ ਕਿ ਹਾਂਜੀ ਹੋ ਸਕਦਾ ਹੈਗਾ ਪਰ ਹੁਣ ਕਾਫੀ ਅਵੇਅਰਨੈਸ ਹੋ ਗਈ ਹੈ ਕਿ ਹਾਂਜੀ ਮੈਡੀਕਲ ਐਕਸਪੈਂਸਿਸ ਡੋਨੇਸ਼ਨਸ ਚਾਈਲਡ ਕੇਅਰ ਐਕਸਪੈਂਸਿਸ RRSP ਹੋ ਗਈ ਇਹ ਸਾਰੀਆਂ ਆਮ ਗੱਲਾਂ ਨੇ ਨਾ ਜਿਹੜੀ ਕਲੇਮ ਹੋ ਜਾਂਦੀਆਂ ਨੋ ਅਸੀਂ ਉਹਨਾਂ ਦੀ ਗੱਲ ਕਰੀਏ ਜਿਹੜੀਆਂ ਚੀਜ਼ਾਂ ਮਿਸ ਹੋ ਜਾਂਦੀਆਂ ਹਾਲੇ ਕੀਤੀਆਂ ਨਹੀਂ ਕਲੇਮ ਸੋ ਫਸਟ ਟਾਈਮ ਹੋਮ ਬਾਇਰ ਤੁਸੀਂ ਪਹਿਲੀ ਵਾਰੀ ਘਰ ਖਰੀਦਿਆ ਵੈ 22 ਦੇ ਵਿੱਚ ਸਗੋਂ ਉਲਟਾ ਬੈਟਰ ਹੈ ਡਬਲ ਹੋ ਗਿਆ ਉਹ ਪਹਿਲਾਂ ਹੁੰਦਾ ਸੀ $5,000 ਦਾ ਕਲੇਮ ਨਹੀਂ $10,000 ਹੋ ਗਿਆ ਹੈ ਲੋਕ ਉਹ ਵੀ ਮਿਸ ਕਰ ਜਾਂਦੇ ਨੇ ਫਸਟ ਟਾਈਮ ਹੋਮ ਬਾਇਰ ਦਾ ਉਹ ਦੈਟ ਇਜ਼ ਵਰਥ $1,500 ਆਪਣਾ ਉਹ ਮਿਸ ਕਰ ਜਾਂਦੇ ਹੈਗੇ ਨੇ ਤੁਸੀਂ ਆਪਣਾ ਸਪੋਜ਼ ਤੁਹਾਡੇ ਕੋਈ ਆਪਣਾ ਰੱਬ ਨਾ ਕਰੇ ਘਰ ਦੇ ਵਿੱਚ ਡਿਸੇਬਿਲਿਟੀ ਹੈਗੀ ਹੈ ਕਈ ਵਾਰੀ ਨਾ ਡਿਸੇਬਿਲਿਟੀ ਜਿਹੜੀਆਂ ਹੁੰਦੀਆਂ ਮੈਂ ਉਹ ਨਜ਼ਰ ਨਹੀਂ ਆਉਂਦੀਆਂ ਹਾਰਡ ਆਫ ਹੀਅਰਿੰਗ ਫॉर ਐਗਜ਼ਾਮਪਲ ਇਟਸ ਅ ਡਿਸੇਬਿਲਿਟੀ ਰਾਈਟ ਉਹ ਕਈ ਲੋਕ ਉਹਨਾਂ ਨੂੰ ਆਪਣਾ ਨਜ਼ਰ ਅੰਦਾਜ਼ ਕਰ ਦਿੰਦੇ ਨੇ ਕਿ ਉਹਦਾ ਤਾਂ ਕੁਝ ਹੋਣਾ ਹੀ ਨਹੀਂ ਹੈ ਸੋ ਮਤਲਬ
ਕਈ ਵਾਰੀ ਡਿਸੇਬਿਲਿਟੀ ਇੱਦਾਂ ਦੀ ਹੈ ਕਿ ਤੁਸੀਂ ਆਮ ਬੰਦੇ ਨੂੰ ਦੇਖਦੇ ਪਿਓ ਕਿ ਆਮ ਬੰਦਾ ਹੀ ਲੱਗਦਾ ਵੈ, ਉਹ ਬੰਦੇ ਦੀ ਨਾ ਆਪਣੀ ਲਾਈਫ ਸਟਾਈਲ ਹੋ ਜਾਂਦਾ ਹੈ ਕਿ ਉਹ ਕਰਦਾ ਪਿਆ, ਉਹਨੂੰ ਡਿਸੇਬਿਲਿਟੀ ਲੱਗਦੀ ਨਹੀਂ ਹੈ। ਸਾਡੇ ਟੈਕਸਿਸ ਵਾਸਤੇ ਉਹ ਇੱਕ ਡਿਸੇਬਿਲਿਟੀ ਹੈ। ਦੈਟਸ ਅ ਬਿਗ ਕ੍ਰੈਡਿਟ, ਮੋਰ ਦੈਨ $7,000 ਵਰਥ ਇਨ ਦੇਅਰ। ਬੱਚਿਆਂ ਦੀ ਡਿਸੇਬਿਲਿਟੀ ਹੈਗੀ ਹੈ, ਉਹ ਵੀ ਕਲੇਮ ਆਪਣੀ ਮਿਸ ਹੋ ਜਾਂਦੀ ਹੈਗੀ ਹੈ। ਆਪਾਂ ਹੁਣੇ ਇੱਦਾਂ ਇਹ ਗੱਲ ਕਰ ਰਹੇ ਸੀਗੇ, ਆਪਣੀ ਸਪੋਰਟਸ ਕੈਂਪਸ ਜਿਹੜੇ ਹੁੰਦੇ ਨੇ ਉਹ ਮਿਸ ਹੋ ਜਾਂਦੇ ਹੈਗੇ ਨੇ। ਸੋ ਇੱਦਾਂ ਦੀ ਬੜੀਆਂ ਚੀਜ਼ਾਂ ਹੈਗੀਆਂ ਮੈਂ ਜਿਹੜੇ ਲੋਕ ਨਾ ਹਾਲੇ ਵੀ ਮਿਸ ਕਰਦੇ ਪਏ ਨੇ। ਹੋਮ ਐਕਸੈਸਿਬਿਲਿਟੀ ਟੈਕਸ ਕ੍ਰੈਡਿਟ ਪਿਛਲੇ ਸਾਲ ਜਦੋਂ ਮੈਂ ਆਇਆ ਸੀ ਨਾ, ਆਪਾਂ ਉਹਦੇ ਵੀ ਗੱਲ ਕੀਤੀ ਸੀਗੀ ਕਿ ਮੇਰੇ ਮੋਮ ਆਏ ਅਤੇ ਮੇਰੇ ਮੋਮ ਵਾਸਤੇ ਮੈਂ ਕਮਰਾ ਸਪੈਸ਼ਲ ਮੈਨੂੰ ਠੀਕ ਕਰਨਾ ਪਿਆ। ਉਹਨਾਂ ਨੂੰ ਕਾਰਪੇਟ ਜਿਹੜੀ ਸੀ ਨਾ ਉਹਨਾਂ ਨੂੰ ਆਪਣੀ ਐਲਰਜੀ ਦਿੰਦੀ ਹੁੰਦੀ ਸੀਗੀ, ਅਤੇ ਮੈਨੂੰ ਉਹਨੂੰ ਚੇਂਜ ਕਰਵਾ ਕੇ ਹਾਰਡਵੁੱਡ ਫਲੋਰਿੰਗ ਕਰਨੀ ਪਈ ਉਹਨਾਂ ਵਾਸਤੇ ਨਾ, ਕਿਉਂਕਿ ਉਹਨਾਂ ਨੂੰ ਐਲਰਜੀ ਦੇ ਰਹੀ ਸੀਗੀ। ਹੋਮ ਐਕਸੈਸਿਬਿਲਿਟੀ ਟੈਕਸ ਕ੍ਰੈਡਿਟ ਕਹਿੰਦੇ ਉਹਨੂੰ, ਕਿ ਤੁਸੀਂ ਆਪਣਾ ਨਾ ਉਹਨਾਂ ਵਾਸਤੇ ਰੈਂਪ ਬਣਾ ਰਹੇ ਹੋ ਕਿ ਪੌੜੀਆਂ ਨਹੀਂ ਚੜ੍ਹ ਸਕਦੇ ਹੈਗੇ ਘਰ ਦੇ ਬਾਹਰ ਨਾ, ਉੱਦਾਂ ਦੇ ਖਰਚੇ ਜਿਹੜੇ ਹੈਗੇ ਆ ਅਸੀਂ ਮਿਸ ਹੀ ਕਰ ਜਾਂਦੇ ਹਾਂ। ਸੋ ਆਪਾਂ ਜਦੋਂ ਪਹਿਲਾਂ ਗੱਲ ਕਰ ਰਹੇ ਨਾ ਕਿ ਆਪਾਂ ਖੁਦ ਫਾਈਲਿੰਗ ਕਰਦੇ ਹਾਂ ਜਾਂ ਅਕਾਊਂਟੈਂਟ ਕੋਲ ਜਾਂਦੇ ਹਾਂ, ਇੱਦਾਂ ਦੀਆਂ ਬੜੀਆਂ ਹੋਰ ਆਈਟਮਾਂ ਜਿਹੜੀਆਂ ਹੈਗੀਆਂ ਵਾ ਜਿਹੜੀਆਂ ਆਮ ਮਿਸ ਹੋ ਜਾਂਦੀਆਂ, ਅਸੀਂ ਸੋਚਦੇ ਨਹੀਂ, ਕਿਉਂਕਿ ਤੁਸੀਂ ਸਾਰਾ ਇਨਕਮ ਟੈਕਸ ਐਕਟ ਤਾਂ ਪੜ੍ਹਿਆ ਨਹੀਂ ਤੁਸੀਂ। ਹਾਂਜੀ ਹਾਂ, ਇਹੀ ਚੀਜ਼ ਜਿਹੜੀ ਹੈਗੀਆਂ ਮੈਂ ਕੋਈ ਐਕਸਪਰਟ ਤੁਹਾਨੂੰ ਤੁਹਾਡੀ ਜਦੋਂ ਸਿਚੁਏਸ਼ਨ ਨੂੰ ਐਨਾਲਾਈਜ਼ ਕਰਦਾ ਵੈ ਉਹ ਚੀਜ਼ਾਂ ਐਡ ਹੋ ਸਕਦੀਆਂ। ਪਰਸਨਲ ਇਨਕਮ ਟੈਕਸ ਫਾਈਲਿੰਗ ਦੀ ਗੱਲ ਕਰ ਰਹੇ ਹਾਂ, ਬਹੁਤ ਸਾਰੀਆਂ ਚੀਜ਼ਾਂ ਜਿਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਹੁੰਦੀ। ਸੁਰੇਸ਼ ਮਦਾਨ ਜੀ ਸਾਨੂੰ ਸਮਝਾ ਰਹੇ ਆ ਕਿ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਜਾ ਸਕਦਾ। ਜੇਕਰ ਆਪ ਨਾ ਪਤਾ ਹੋਵੇ ਆਪਣੇ ਅਕਾਊਂਟੈਂਟ ਨੂੰ ਕੁਐਸਚਨ ਕੀਤੇ ਜਾ ਸਕਦੇ ਆ, ਅਤੇ ਜਿਹੜੀ ਵੀ ਇਨਫੋਰਮੇਸ਼ਨ ਤੁਹਾਡੇ ਕੋਲ ਹੋਵੇ, ਜਿਵੇਂ ਉਹਨਾਂ ਨੇ ਦੱਸਿਆ ਕਿ ਮੈਡੀਕਲ ਐਕਸਪੈਂਸਿਸ ਜਾਂ ਫਿਰ ਘਰ ਦੇ ਵਿੱਚ ਕੋਈ ਚੇਂਜ ਹੋਈ ਹੈ, ਘੱਟੋ ਘੱਟ ਪੁੱਛ ਲਓਗੇ ਤਾਂ ਮੈਨੂੰ ਲੱਗਦਾ ਕਿ ਮਿਸਟਰ ਮਦਾਨ ਉਹਦਾ ਫਾਇਦਾ ਹੀ ਹੋਣ ਵਾਲਾ ਹੈ। ਜੇ ਉਹਦੇ ਲਈ ਕੋਈ ਵੀ ਤੁਹਾਨੂੰ ਬੈਨੀਫਿਟ ਨਹੀਂ ਮਿਲਣ ਵਾਲਾ ਤਾਂ ਵੱਧ ਤੋਂ ਵੱਧ ਅਕਾਊਂਟੈਂਟ ਇਹ ਕਹਿ ਦੇਗਾ ਕਿ ਇਹਦਾ ਕੁਝ ਨਹੀਂ ਮਿਲਣਾ ਹੈ। ਯਾ ਬਟ ਐਟਲੀਸਟ ਤੁਹਾਨੂੰ ਇਹ ਮੇਕ ਸ਼ੋਰ ਹੋਗਾ ਕਿ ਮੈਂ ਮਿਸ ਨਹੀਂ ਕੁਝ ਕੀਤਾ, ਪੀਸ ਆਫ ਮਾਈਂਡ ਆ ਗਈ, ਰਾਈਟ? ਬੜੀ ਵੱਡੀ ਗੱਲ ਹੈ ਜੀ। ਸਾਡੇ ਲਿਸਨਰ ਨੇ ਗੁਰਿੰਦਰ ਸਿੰਘ, ਉਹਨਾਂ ਨੇ ਇਹ ਸਵਾਲ ਕੀਤਾ, ਕਹਿੰਦੇ ਕਿ ਮੀ ਐਂਡ ਮਾਈ ਬ੍ਰਦਰ ਐਂਡ ਹਿਜ਼ ਵਾਈਫ ਬੌਟ ਅ ਨਿਊ ਹਾਊਸ ਟੂਗੈਦਰ, ਅਤੇ ਕਹਿੰਦੇ ਕਿ ਮਾਈ ਬ੍ਰਦਰਜ਼ ਵਾਈਫ ਐਂਡ ਮੀ ਆਰ ਫਸਟ ਟਾਈਮ ਹੋਮ ਬਾਇਰਸ ਬਟ ਮਾਈ ਬ੍ਰਦਰ ਇਜ਼ ਦ ਸੈਕਿੰਡ ਟਾਈਮ ਹੋਮ ਬਾਇਰ। ਇਹਨਾਂ ਨੇ ਰਲ ਕੇ ਘਰ ਲਿਆ ਆ, ਅਤੇ ਕਹਿੰਦੇ ਕਿ ਐਲੀਜੀਬਲ ਹੈ ਕੋਈ ਫਸਟ ਟਾਈਮ ਹੋਮ ਬਾਇਰਸ ਕ੍ਰੈਡਿਟ ਵਾਸਤੇ, ਕਿ ਅਸੀਂ 2 ਜਣੇ ਅਪਲਾਈ ਕਰ ਸਕਦੇ ਹਾਂ ਜਿਹੜੇ ਕਿ ਪਹਿਲੀ ਵਾਰੀ ਹੋਮ ਬਾਇਰ ਨੇ? ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ ਤਾਂ ਡੈਫੀਨੇਟਲੀ ਤੁਸੀਂ ਆਪਣਾ ਕ੍ਰੈਡਿਟ ਕਲੇਮ ਕਰ ਸਕਦੇ ਹੈਗੇ ਹੋ। ਅਗਰ ਤੁਹਾਡਾ ਨਾਮ ਟਾਈਟਲ 'ਤੇ ਹੈ ਔਰ ਤੁਸੀਂ ਉਸ ਘਰ 'ਚ ਰਹਿੰਦੇ ਹੋ, ਦੈਨ ਆਈ ਡੋਂਟ ਸੀ ਅ ਰੀਜ਼ਨ ਤੁਸੀਂ ਕਿਉਂ ਨਹੀਂ ਤੁਸੀਂ ਉਹਨੂੰ ਕਲੇਮ ਕਰ ਸਕਦੇ, ਭਾਵੇਂ ਰਲ ਕੇ ਲਿਆ ਹੈ। ਹਾਂਜੀ, ਰਲ ਕੇ। ਓਕੇ, ਨੋ ਪ੍ਰੋਬਲਮ ਜੀ। ਸਾਡੇ ਲਿਸਨਰ ਆਰ.ਵੀ. ਸਿੰਘ ਹੋਣਾ, ਉਹਨਾਂ ਦਾ ਸੁਨੇਹਾ, ਕਹਿੰਦੇ ਕਿ ਮੈਡੀਕਲ ਐਕਸਪੈਂਸਿਸ ਜਿਹੜੇ ਕਿ ਕੈਨੇਡਾ ਤੋਂ ਬਾਹਰ ਹੋਏ ਨੇ, ਕੀ ਉਹ ਕਲੇਮ ਕੀਤੇ ਜਾ ਸਕਦੇ ਆ ਜਾਂ ਨਹੀਂ? ਗੁਰਪ੍ਰੀਤ, ਸਿਚੁਏਸ਼ਨ 'ਤੇ ਡਿਪੈਂਡ ਕਰਦਾ ਵਾ ਕਿ ਡੈਫੀਨੇਟਲੀ ਦੇਰ ਇਜ਼ ਅ ਕਲੌਜ਼ ਹੈਗੀਆਂ ਵਾ ਜਿਹਦੇ 'ਚ ਤੁਸੀਂ ਮੈਡੀਕਲ ਐਕਸਪੈਂਸਿਸ ਬਾਹਰੋਂ ਵੀ ਕਲੇਮ ਕਰ ਸਕਦੇ ਹੈਗੇ ਹੋ। ਜਿਹੜੀ ਮੇਨ ਕੰਡੀਸ਼ਨ ਇਹੀ ਆਉਂਦੀ ਹੈ ਕਿ ਉਹ ਮੈਡੀਕਲ ਐਕਸਪੈਂਸ ਤੁਹਾਡੇ ਕੈਨੇਡਾ ਵਿੱਚ ਅਵੇਲੇਬਲ ਸੀਗਾ ਕਿ ਨਹੀਂ ਸੀਗਾ ਉਸ ਚੀਜ਼ ਨੂੰ, ਐਂਡ ਤੁਸੀਂ ਬਾਹਰ ਜਦੋਂ ਗਏ ਹੋ ਪ੍ਰਸਕ੍ਰਾਈਬਡ ਸੀਗਾ ਜਾਂ ਆਪਣਾ ਕੋਸਮੈਟਿਕ ਸੀਗਾ। ਸੋ ਸਿਚੁਏਸ਼ਨ 'ਤੇ ਦੇਖਣਾ ਪਏਗਾ, ਉਹਨਾਂ ਦੀ ਡਿਟੇਲ ਦੇਖਣੀ ਪਏਗੀ ਕਿ ਹਾਂਜੀ ਕਿਹੜਾ ਐਕਸਪੈਂਸ ਉਹਨਾਂ ਨੇ ਕੀਤਾ, ਕਿੱਥੇ ਕੀਤਾ, ਕਿਉਂ ਕੀਤਾ। ਦੈਨ ਕੋਈ ਐਡਵਾਈਜ਼ਰ ਉਹਨਾਂ ਨੂੰ ਸੁਜੈਸਟ ਕਰ ਸਕਦਾ ਵਾ ਕਿ ਹਾਂਜੀ ਤੁਸੀਂ ਕਲੇਮ ਕਰ ਸਕਦੇ ਕਿ ਨਹੀਂ ਕਰ ਸਕਦੇ। ਅਤੇ ਇੱਕ ਸਵਾਲ ਸਾਡੇ ਸੁਣਨ ਵਾਲਿਆਂ ਵੱਲੋਂ ਜਿਹੜਾ ਆਇਆ, ਉਹਨਾਂ ਨੇ ਇਹ ਪੁੱਛਣਾ ਚਾਹਿਆ ਕਿ ਉਹਨਾਂ ਦੀ ਸੈਪਰੇਸ਼ਨ ਹੋਈ ਪਿਛਲੇ ਸਾਲ, ਅਤੇ ਕੀ ਇਹਦੇ ਬਾਰੇ ਵੀ ਇਨਫੋਰਮੇਸ਼ਨ ਟੈਕਸ ਫਾਈਲਿੰਗ ਦੇ ਦੌਰਾਨ ਦੱਸਣੀ ਚਾਹੀਦੀ ਹੈ? ਬਿਲਕੁਲ, ਬਹੁਤ ਜ਼ਰੂਰੀ ਹੈ ਐਕਚੁਅਲੀ ਨਾ। ਸੋ ਸੈਪਰੇਸ਼ਨ ਨੋਰਮਲੀ ਜਦੋਂ ਵੀ ਕਿਸੇ ਦੀ ਸੈਪਰੇਸ਼ਨ ਨਹੀਂ, ਆਪਾਂ ਉਹਨੂੰ ਕਹਿੰਦੇ ਹੈਗੇ ਆ ਲਾਈਫ ਚੇਂਜਿਸ, ਵਿਚ ਇਜ਼ ਕੁਡ ਬੀ ਲਾਈਕ ਇਹ ਬੇਬੀ ਹੁੰਦਾ ਵੈ, ਜਾਂ ਤੁਹਾਡੇ ਆਪਣੇ ਮੈਰਿਜ ਹੋਈ ਹੈ, ਜਾਂ ਸੈਪਰੇਸ਼ਨ ਹੋਈ ਹੈ, ਜਾਂ ਡਿਵੋਰਸ ਹੋਇਆ ਵੈ। ਇਸ ਇਜ਼ ਲਾਈਕ ਅ ਲਾਈਫ ਚੇਂਜਿਸ ਨਾ। ਇਹਨਾਂ ਚੇਂਜਿਸ ਦੇ ਵਿੱਚ ਡੈਫੀਨੇਟਲੀ ਤੁਹਾਨੂੰ ਨਾ ਆਪਣੇ ਗਵਰਨਮੈਂਟ ਨੂੰ ਇਨਫੋਰਮ ਕਰਨਾ ਚਾਹੀਦਾ। ਉਹਦੇ ਬੈਨੀਫਿਟ ਵੀ ਨੇ ਔਰ ਜਾਂ ਕੁਝ ਕ੍ਰੈਡਿਟਸ ਵੀ ਚੇਂਜ ਹੁੰਦੇ ਹੈਗੇ ਨੇ। ਸੋ ਨੋਰਮਲੀ ਤਾਂ ਅਸੀਂ ਸੁਜੈਸਟ ਕਰਦੇ ਹਾਂ ਕਿ ਵਿਦਿਨ 30 ਡੇਜ਼ ਤੁਸੀਂ ਆਪਣੇ CRA ਨੂੰ ਇਨਫੋਰਮ ਕਰ ਦਿਓ। ਅਗਰ ਤੁਸੀਂ ਨਹੀਂ ਕੀਤਾ ਤਾਂ ਦੈਨ ਜੋ ਤੁਸੀਂ ਟੈਕਸ ਰਿਟਰਨ ਫਾਈਲ ਕਰ ਰਹੇ ਹੋ ਉਹਦੇ ਵਿੱਚ ਤੁਹਾਨੂੰ ਆਪਣਾ ਸਟੇਟਸ ਚੇਂਜ, ਮੈਰਿਟਲ ਸਟੇਟਸ ਚੇਂਜ ਕਰਨਾ ਪੈਣਾ ਹੈ, ਡਾਈਵੋਰਸ ਜਾਂ ਸੈਪਰੇਟਡ ਇਨ ਦੇਅਰ, ਔਰ ਤੁਹਾਨੂੰ ਆਪਣੀ ਡੇਟ ਪਾਣੀ ਪੈਣੀ ਹੈ ਕਿ ਕਿਸ ਡੇਟ ਨੂੰ ਚੇਂਜ ਹੋਇਆ ਹੈਗਾ ਵੈ। ਉਸ ਬੇਸਿਸ ਦੇ ਉੱਤੇ ਤੁਹਾਡੇ ਕ੍ਰੈਡਿਟ ਚੇਂਜ ਹੋ ਸਕਦੇ ਨੇ, ਜਾਂ ਤੁਹਾਡੇ ਕ੍ਰੈਡਿਟ ਵੱਧ ਸਕਦੇ ਨੇ ਜਾਂ ਘੱਟ ਸਕਦੇ ਹੈਗੇ ਨੇ, ਲੇਕਿਨ ਯੈਸ ਯੂ ਨੀਡ ਟੂ ਇਨਫੋਰਮ ਦ CRA। ਜੀ ਸੁਰੇਸ਼ ਜੀ, ਹੁਣ ਅਸੀਂ ਟੈਕਸ ਫਾਈਲਿੰਗ ਜਦੋਂ ਕਰੀ ਦੀ ਹੈ, ਥੋੜ੍ਹੀ ਸੇਵ ਹੋ ਜਾਏ ਮਨੀ, ਬਹੁਤਿਆਂ ਦੀ ਕੋਸ਼ਿਸ਼ ਹੁੰਦੀ ਹੈ। ਕਈਆਂ ਨੇ RRSP ਲਈ ਹੈ, ਕਈਆਂ ਨੇ ਨਹੀਂ ਲਈ। ਸੋ ਤੁਹਾਡਾ ਉਹਨਾਂ ਵਾਸਤੇ ਕੀ ਸੁਝਾਅ ਹੋਊਗਾ ਸੁਣਨ ਵਾਲਿਆਂ ਲਈ ਕਿ ਕਿੱਥੇ ਕਿੱਥੇ ਸੇਵਿੰਗ ਜਿਹੜੀ ਆ ਉਹ ਕੀਤੀ ਜਾ ਸਕਦੀ ਹੁੰਦੀ ਹੈ? ਮੈਂ ਨਾ ਦੋ ਜਗ੍ਹਾ 'ਤੇ ਇਹਨਾਂ ਨੂੰ ਦੇਖਦਾ ਹੈਗਾ ਵਾ ਕਿ ਇੱਕ ਤਾਂ ਸੇਵਿੰਗਸ ਹੋ ਗਈਆਂ ਨਾ, ਅਤੇ ਇੱਕ ਹੋ ਗਈਆਂ ਜਿਹੜੀ ਚੀਜ਼ਾਂ ਮਿਸ ਹੋ ਗਈਆਂ ਹੈਗੀਆਂ ਵਾ। 2 ਚੀਜ਼ਾਂ ਹੈਗੀਆਂ। ਸੋ ਮਿਸਿੰਗ ਦੀ ਆਪਾਂ ਪਹਿਲਾਂ ਗੱਲ ਕੀਤੀ ਕਿ ਹਾਂਜੀ ਕਿਸੇ ਨੂੰ ਕੰਸਲਟ ਕਰੋ, ਮੇਕ ਸ਼ੋਰ ਕਰੋ ਕਿ ਤੁਹਾਡੀ ਸਾਰੀ ਸਿਚੁਏਸ਼ਨ ਜਿਹੜੀ ਹੈਗੀ ਹੈ ਕਿਸੇ ਨੇ ਐਨਾਲਾਈਜ਼ ਕੀਤੀ ਹੈ ਕਿ ਹਾਂਜੀ ਤੁਹਾਨੂੰ ਕਿਹੜੀਆਂ ਡਿਡਕਸ਼ਨਸ ਕਲੇਮ ਹੋ ਸਕਦੀਆਂ ਵੈ। ਤੁਹਾਡੇ ਘਰ ਦੇ ਵਿੱਚ ਪੇਰੈਂਟਸ ਰਹਿੰਦੇ ਨੇ 65 ਤੋਂ ਉੱਪਰ, ਠੀਕ ਹੈ, ਤੁਸੀਂ ਉਹਨਾਂ ਦਾ ਕੇਅਰ ਗਿਵਰ ਅਮਾਊਂਟ ਕਲੇਮ ਕਰ ਸਕਦੇ ਹੋ, ਮਿਸ ਹੋ ਜਾਂਦੀ ਹੈ।
ਤੁਹਾਡੇ ਬੱਚੇ ਸਕੂਲ ਜਾਂਦੇ ਨੇ, ਆਪਣੇ ਯੂਨੀਵਰਸਿਟੀ ਜਾਂਦੇ ਨੇ, ਉਹਨਾਂ ਦੀ ਟਿਊਸ਼ਨ ਅਮਾਊਂਟ ਹੈਗਾ, ਤੁਸੀਂ ਉਹਨਾਂ ਨੂੰ ਟਿਊਸ਼ਨ ਅਮਾਊਂਟ ਟ੍ਰਾਂਸਫਰ ਕਰ ਸਕਦੇ ਹੋ, ਮਿਸ ਹੋ ਜਾਂਦੀ ਹੈ, ਇੱਦਾਂ ਦੀ ਚੀਜ਼ਾਂ ਹੋ ਜਾਂਦੀਆਂ। ਮੈਂ ਨਾ ਇੱਥੇ ਇੱਕ ਥੋੜ੍ਹਾ ਜਿਹਾ ਟੌਪਿਕ ਵਿੱਚੋਂ ਚੇਂਜ ਕਰ ਦਾਂਗਾ। ਇੱਕ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਜਿਹੜੀਆਂ ਬੜੀਆਂ ਮਿਸ ਹੋ ਰਹੀਆਂ, ਔਰ ਉਹਦੇ ਨਾਲ ਨਾ ਪੈਨਲਟੀ ਦਾ ਵੀ ਚੱਕਰ ਹੈਗਾ ਵੈ। ਪ੍ਰਿੰਸੀਪਲ ਰੈਜ਼ੀਡੈਂਸ ਜਦੋਂ ਆਪਣੇ ਜਿਸ ਘਰ 'ਚ ਰਹਿੰਦੇ ਹੈਗੇ ਹੋ, ਉਸ ਘਰ ਨੂੰ ਅਗਰ ਤੁਸੀਂ ਸੇਲ ਕਰਦੇ ਹੋ ਤਾਂ ਉਹਦੇ ਉੱਤੇ ਜਦੋਂ ਪ੍ਰੋਫਿਟ ਹੁੰਦਾ ਵੈ ਤੇ ਕੋਈ ਟੈਕਸ ਨਹੀਂ ਹੈਗਾ ਉਹਦੇ ਉੱਤੇ, ਕੁਛ ਨਹੀਂ ਹੈ। ਪਰ ਉਹਦੀ ਨਾ 2017 ਤੋਂ ਬਾਅਦ ਰਿਪੋਰਟਿੰਗ ਕੰਪਲਸਰੀ ਹੋ ਗਈ ਹੈ, ਹੁਣ ਤੁਹਾਨੂੰ ਰਿਪੋਰਟਿੰਗ ਕਰਨੀ ਪੈਂਦੀ ਹੈ ਉਸ ਚੀਜ਼ ਦੀ ਨਾ। ਤੋ ਉਹ ਮੈਂ ਸੁਜੈਸਟ ਕਰਦਾ, ਹਾਲੇ ਵੀ ਲੋਕ ਨਾ ਬਹੁਤ ਮਿਸ ਕਰਦੇ ਪਏ ਨੇ, ਔਰ ਉਹਦੀ ਪੈਨਲਟੀ ਹੈ $100 ਪਰ ਮੰਥ ਦੀ ਪੈਨਲਟੀ ਹੈਗੀ ਉਹਦੇ ਵਿੱਚ ਨਾ। ਸੋ ਉਹ ਕੋਸ਼ਿਸ਼ ਚਾਹੀਦੀ ਹੈ ਕਿ ਉਹਨੂੰ ਨਾ ਆਪਣੇ ਜ਼ਰੂਰ ਦੇਖੋ। ਨਾਓ ਅਫਕੋਰਸ ਬਾਕੀ ਜਿਹੜੀ ਚੀਜ਼ਾਂ ਆਪਾਂ ਗੱਲ ਕਰਦੇ ਹੈਗੇ ਆ, ਆਪਣਾ ਜਿਹੜਾ ਡੋਨੇਸ਼ਨਸ, ਮੈਡੀਕਲ ਐਕਸਪੈਂਸਿਸ ਸਾਰੇ ਪਾਉਣ ਦੀ ਗੱਲ ਕਰ ਲਈ ਹੈ ਮੈਂ। ਜਸਟ ਮੇਕ ਸ਼ੋਰ ਕਰੋ ਕਿ ਤੁਸੀਂ ਸਾਰੀ ਆਪਣੀ ਚੈੱਕ ਮਾਰਕ ਕਰ ਦਿਓ। ਇੱਕ ਚੈੱਕ ਲਿਸਟ ਜੇ ਤੁਸੀਂ ਔਨਲਾਈਨ ਵੀ ਲੱਭ ਲਵੋ, ਚੈੱਕ ਮਾਰਕ ਕਰੋ ਕਿ ਆਹ ਮੈਨੂੰ ਅਪਲਾਈ ਹੁੰਦਾ ਕਿ ਨਹੀਂ ਹੁੰਦਾ ਹੈਗਾ, ਐਂਡ ਮੇਕ ਸ਼ੋਰ ਯੂ ਕਲੇਮ ਆਲ ਆਫ ਦੋਜ਼ ਵਨਸ ਇਨ ਦੇਅਰ। And when can we expect refund ਜੇ ਸਾਡਾ ਆਉਣਾ ਹੋਵੇ? ਗੁੱਡ ਵਨ, ਦੈਟਸ ਗੁੱਡ। ਹਰ ਬੰਦਾ ਉਹਨੂੰ ਐਕਸਪੈਕਟ ਕਰਦਾ ਜੀ, ਔਰ ਚਾਹੁੰਦਾ ਵੀ ਹੈਗਾ ਵੈ। ਅਗਰ ਤੁਸੀਂ ਰਿਟਰਨ ਆਪਣੀ ਈ ਫਾਈਲ ਕਰਦੇ ਪਏ ਹੋ, ਇਲੈਕਟ੍ਰੋਨਿਕ ਫਾਈਲਿੰਗ ਜਾਂ ਨੈਟ ਫਾਈਲਿੰਗ, ਜੇ ਤੁਸੀਂ ਇਲੈਕਟ੍ਰੋਨਿਕ ਕਰ ਰਹੇ ਹੋ, ਨਾਓ ਅਫਕੋਰਸ ਆਈ ਕੈਨੋਟ ਟੈਲ ਯੂ ਕਿ ਇਸ ਇਜ਼ ਅ ਗਵਰਨਮੈਂਟ, ਉਹਨਾਂ ਨੇ ਪੈਸੇ ਦੇਣੇ, ਮੈਂ ਤਾਂ ਨਹੀਂ ਦੇਣੇ ਹੈਗੇ, ਪਰ ਲੇਕਿਨ ਟਿਪੀਕਲੀ ਆਪਾਂ ਵਿਦਿਨ 1 to 2 ਵੀਕਸ ਆਪਾਂ ਰਿਫੰਡ ਐਕਸਪੈਕਟ ਕਰਦੇ ਪਏ ਹਾਂ। ਅਗਰ ਤੁਹਾਡੀ ਸਿਚੁਏਸ਼ਨ ਜਿਹੜੀ ਹੈਗੀ ਹੈ ਉਹਦੇ 'ਚ ਕੋਈ ਉਹਨਾਂ ਨੇ ਕੋਈ ਮਾਰਕ ਨਹੀਂ ਲਗਾਇਆ, ਅਸੀਂ ਉਹਨੂੰ ਕਹਿੰਦੇ ਹਾਂ ਪ੍ਰੀ ਅਸੈਸਮੈਂਟ ਰਿਵਿਊ। ਕੋਈ ਅਸੈਸਮੈਂਟ ਤੋਂ ਪਹਿਲਾਂ ਉਹਨਾਂ ਨੇ ਤੁਹਾਨੂੰ ਰਿਵਿਊ ਨਹੀਂ ਕਰਨਾ, ਕੁਛ ਕਰਨਾ। ਤਾਂ ਅਗਰ ਤੁਹਾਡੀ ਅਸੈਸਮੈਂਟ ਹੋ ਜਾਂਦੀ ਹੈ ਤਾਂ ਵੀ ਆਰ ਐਕਸਪੈਕਟਿੰਗ ਰਿਫੰਡ ਵਿਦਿਨ ਅਬਾਊਟ 2 ਵੀਕਸ ਰਾਈਟ ਨਾਓ ਇਨ ਦੇਅਰ। ਕੁਛ ਤਾਂ ਜਲਦੀ ਵੀ ਆ ਸਕਦੇ ਨੇ। ਮੇਰੀ ਸੁਜੈਸ਼ਨ ਇੱਕੋ ਹੋਏਗੀ, ਰਿਟਰਨ ਜਲਦੀ ਭਰ ਲਓ। ਜਿੰਨਾ ਡਿਲੇ ਹੋ ਰਹੀ ਹੈ ਰਿਟਰਨ ਨਾਲ, ਉੱਥੇ ਲਿਸਟ ਵੱਡੀ ਹੋ ਰਹੀ ਹੈ ਤੇ ਉਸ ਚੀਜ਼ ਨਾਲ ਡਿਲੇ ਵੀ ਹੋ ਰਹੀ ਹੈ। ਲਾਸਟ ਥਿੰਗ ਵੀ ਸੇਜ਼ ਡਾਇਰੈਕਟ ਡਿਪੋਜ਼ਿਟ। ਨਾਓ ਸਹੀ, ਕਈ ਲੋਕ ਕਹਿਣਗੇ ਕਿ 2 ਹਫ਼ਤੇ ਗਿਆ ਜੀ, ਮੈਨੂੰ 4 ਹਫ਼ਤੇ 'ਚ ਆਇਆ। ਅਗਰ ਤੁਹਾਡੇ ਕੋਲ ਡਾਇਰੈਕਟ ਡਿਪੋਜ਼ਿਟ ਨਹੀਂ ਹੈ, ਤੁਹਾਡੇ ਕੋਲ ਚੈੱਕ ਆਇਆ ਹੋਇਆ, ਤਾਂ ਚੈੱਕ ਕੈਨ ਟੇਕ ਇਟਸ ਓਨ ਟਾਈਮ ਫॉर ਮੇਲ ਟੂ। ਠੀਕ ਹੈ, ਡਾਇਰੈਕਟ ਡਿਪੋਜ਼ਿਟ ਕਰਵਾ ਲਓ। ਡਾਇਰੈਕਟ ਡਿਪੋਜ਼ਿਟ ਅਗਰ ਤੁਸੀਂ ਕਰਦੇ ਹੋ, ਤੁਹਾਨੂੰ ਰਿਫੰਡ ਰਾਈਟ ਅਵੇ ਆਪਣਾ ਉਹਦੇ ਵਿੱਚ ਤੁਹਾਡੇ ਅਕਾਊਂਟ 'ਚ ਹੀ ਆ ਜਾਂਦਾ ਹੈਗਾ ਵੈ, ਮਚ ਫਾਸਟਰ। ਸੁਰੇਸ਼ ਜੀ, ਕੁਝ ਹੋਰ ਕੁਐਸਚਨਸ ਤੁਹਾਡੇ ਵਾਸਤੇ ਸ਼ਾਮਿਲ ਕਰ ਲੈਂਦੀ ਹਾਂ। 6900 ਤੋਂ ਟੈਕਸਟ ਮੈਸੇਜ ਆਇਆ, ਕਹਿੰਦੇ ਕਿ ਮੈਂ ਇੱਕ ਜੌਬ ਕਰਦਾ ਤੇ ਪਾਰਟ ਟਾਈਮ ਮੈਂ ਸਕਿਪ ਡਿਲੀਵਰੀਜ਼ ਕਰਨੀਆਂ ਸ਼ੁਰੂ ਕੀਤੀਆਂ ਨੇ। ਕੀ ਸਕਿਪ ਦੀ ਇਨਕਮ ਵੀ ਮੈਨੂੰ ਟੈਕਸ ਦੇ ਵਿੱਚ ਸ਼ੋਅ ਕਰਨੀ ਚਾਹੀਦੀ ਹੈ? ਲਾਇਬਿਲਿਟੀਜ਼ ਨੇ। ਸੋ ਆਪਾਂ ਪਹਿਲੇ 10 ਮਿੰਟ ਵਿੱਚ ਚੱਲੀਏ, ਜਦੋਂ ਮੈਂ ਇਹ ਮੈਂਸ਼ਨ ਕੀਤਾ ਸੀਗਾ ਕਿ ਆਪਾਂ ਨੂੰ ਸਾਰੀਆਂ ਇਨਕਮ ਗਿਣਨੀ ਹੈ। ਸੋ ਇਨਕਮ ਜਿਹੜਾ ਵਰਡ ਹੈਗਾ ਨਾ, ਜੋ ਤੁਹਾਨੂੰ ਕਮਾਈ ਹੋਈ ਹੈਗੀ ਹੈ, ਸੋ ਉਹਦੇ ਵਿੱਚ ਸਕਿਪ ਦੀ ਇਨਕਮ ਵੀ ਆਉਂਦੀ ਹੈਗੀ ਹੈ। ਸੋ ਯੈਸ, ਤੁਹਾਨੂੰ ਇਨਕਮ 'ਚ ਐਡ ਕਰਨੀ ਪਏਗੀ ਉਸ ਚੀਜ਼ ਨੂੰ। ਰਣਜੀਤ ਸਿੰਘ ਹੋਣਾ ਨੇ ਸਵਾਲ ਕੀਤਾ, ਕਹਿੰਦੇ ਕਿ ਉਹ ਤੇ ਉਹਨਾਂ ਦੇ ਵਾਈਫ ਨੇ ਪਹਿਲੀ ਵਾਰੀ ਘਰ ਲਿਆਇਆ, ਫਸਟ ਟਾਈਮ ਹੋਮ ਬਾਇਰ ਨੇ, ਤੇ ਉਹਨਾਂ ਨੇ ਡਾਊਨ ਜਿਹੜੀ ਪਾਈ ਸੀ ਉਹ 5% ਪਾਈ ਸੀ ਘਰ ਦੀ ਅਮਾਊਂਟ। ਕਹਿੰਦੇ ਕਿ ਕੀ ਅਸੀਂ ਟੈਕਸ ਫਾਈਲਿੰਗ ਲਈ ਐਲੀਜੀਬਲ ਹਾਂ? ਕਿਉਂਕਿ ਸਾਨੂੰ ਕੋਈ ਕਹਿੰਦੇ ਕਿ ਜੇ 5% ਹੈ ਤੇ ਫਿਰ ਤੁਸੀਂ ਫਸਟ ਟਾਈਮ ਹੋਮ ਬਾਇਰ ਬੈਨੀਫਿਟ ਨਹੀਂ ਲੈ ਸਕਦੇ। ਗੁਰਪ੍ਰੀਤ, ਮੇਰੀ ਨੌਲੇਜ ਦੇ ਹਿਸਾਬ ਦੇ ਨਾਲ ਤਾਂ ਕੋਈ ਡਾਊਨ ਪੇਮੈਂਟ ਦੇ ਨਾਲ ਤਾਂ ਕੋਈ ਲਿੰਕ ਨਹੀਂ ਹੈ। ਇਟਸ ਮੋਰ ਆਫ ਲਾਈਕ ਤੁਹਾਡੀ ਕੁਆਲੀਫਿਕੇਸ਼ਨ ਫਸਟ ਟਾਈਮ ਹੋਮ ਬਾਇਰ ਦੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਅਗਰ ਤੁਸੀਂ ਉਸ ਚੀਜ਼ ਨੂੰ, ਕੰਡੀਸ਼ਨਸ ਨੂੰ ਪੂਰੀ ਕਰਦੇ ਹੋ ਕਿ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਆਈ ਡੋਂਟ ਸੀ ਅ ਰੀਜ਼ਨ ਕਿ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਕਲੇਮ ਕਰ ਸਕਦੇ। ਭਾਵੇਂ 5% ਵੀ ਹੈ, ਤੁਸੀਂ ਕਲੇਮ ਕਰ ਸਕਦੇ ਹੋ। ਇੰਦਰਜੀਤ ਹੋਣਾ ਦਾ ਕੁਐਸਚਨ ਹੈ, ਉਹਨਾਂ ਨੇ ਵੀ ਟੈਕਸਟ ਮੈਸੇਜ ਭੇਜਿਆ, ਕਹਿੰਦੇ ਕਿ ਉਹਨਾਂ ਨੇ ਆਪਣਾ ਕੋਈ ਦੂਸਰਾ ਘਰ ਜਿਹੜਾ ਸੀਗਾ ਉਹ ਵੇਚਿਆ ਔਰ ਪ੍ਰੋਫਿਟ 'ਤੇ ਗਿਆ। ਕਹਿੰਦੇ ਆਈ ਨੀਡ ਟੂ ਫਾਈਲ ਮਾਈ ਟੈਕਸ, ਐਂਡ ਕੀ ਇਹਦੇ ਬਾਰੇ ਵੀ CRA ਨੂੰ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ? ਸੋ ਦੂਸਰਾ ਘਰ ਅਗਰ ਮੈਂ ਅਜ਼ੰਪਸ਼ਨ ਲਵਾਂ, ਮਤਲਬ ਇਟਸ ਵੈਰੀ ਡਿਫੀਕਲਟ, ਆਪਾਂ ਜੋ ਸਾਹਮਣੇ ਕੋਈ ਨਾ ਹੋਵੇ ਤਾਂ ਅਜ਼ੰਪਸ਼ਨ ਹੀ ਲਵਾਂਗਾ ਕਿ ਮੀਨਸ ਉਹਨਾਂ ਦੂਸਰਾ ਘਰ ਇਨਵੈਸਟਮੈਂਟ ਪ੍ਰੋਪਰਟੀ ਸੀਗੀ, ਰੈਂਟਲ ਪ੍ਰੋਪਰਟੀ ਸੀਗੀ, ਜਾਂ ਇਸ ਤਰ੍ਹਾਂ ਦਾ ਕੁਛ ਸੀਗਾ। ਤਾਂ ਅਗਰ ਉਸ ਦੇ ਉੱਤੇ ਉਹਨਾਂ ਨੂੰ ਪ੍ਰੋਫਿਟ ਹੋਇਆ ਵੈ ਤਾਂ ਉਹਨੂੰ ਅਸੀਂ ਕੈਪੀਟਲ ਗੇਨ ਕਹਿੰਦੇ ਹਾਂ ਆਪਾਂ ਨੂੰ ਘਰ ਵੇਚਣ ਦੇ ਉੱਤੇ ਨਾ। ਤਾਂ ਉਹ ਕੈਪੀਟਲ ਗੇਨ ਜਿਹੜੀ ਹੈਗੀ ਉਹ ਟੈਕਸੇਬਲ ਹੈ, ਉਹਨੂੰ ਤੁਸੀਂ ਟੈਕਸ ਹੋਏ 'ਤੇ ਪੇ ਕਰਨਾ ਪੈਣਾ। ਨਾ ਮੈਂ ਟਿਪ ਇਹ ਦੇਵਾਂਗਾ ਕਿ ਦੇ ਸ਼ੁੱਡ ਟਾਕ ਟੂ ਐਨ ਅਕਾਊਂਟੈਂਟ। ਉਹਦੇ ਵਿੱਚ ਸ਼ਾਇਦ ਕੁਛ ਬ੍ਰੇਕ ਮਿਲ ਸਕਦੀ ਹੈ, ਕੁਛ ਤਰੀਕੇ ਦੇ ਨਾਲ ਕੀ ਕਰ ਸਕਦੇ ਹੈਗੇ ਨੇ, ਪਰ ਇਟਸ ਟੈਕਸੇਬਲ ਡੈਫੀਨੇਟਲੀ, ਉਹਨੂੰ ਟੈਕਸ ਇਨਕਮ 'ਚ ਐਡ ਕਰਨਾ ਪਏਗਾ। ਓਕੇ, ਸਾਡੇ ਲਿਸਨਰ 2877 ਤੋਂ ਉਹਨਾਂ ਮੈਸੇਜ ਭੇਜਿਆ, ਕਹਿੰਦੇ ਕਿ ਤੁਸੀਂ ਡਾਇਰੈਕਟ ਡਿਪੋਜ਼ਿਟ ਦੀ ਗੱਲ ਕੀਤੀ ਸੀਗੀ, ਅਸੀਂ CRA ਦੇ ਨਾਲ ਡਾਇਰੈਕਟ ਡਿਪੋਜ਼ਿਟ ਕਿਵੇਂ ਸੈਟਅਪ ਕਰ ਸਕਦੇ ਹਾਂ ਫॉर ਟੈਕਸ? ਗੁੱਡ ਕੁਐਸਚਨ ਜੀ। ਬਹੁਤ ਸਾਰੇ ਮੈਥਡ ਨੇ। ਪਹਿਲਾ ਮੈਥਡ ਅਗਰ ਅਸੀਂ ਦੇਖੀਏ ਕਿ ਤੁਹਾਡੇ ਕੋਲ ਅੱਜ ਕੱਲ੍ਹ ਬੜਾ ਐਡਵੋਕੇਸ਼ਨ ਹੈ ਕਿ CRA ਦਾ ਮਾਈ ਅਕਾਊਂਟ ਬਣਾਓ।
ਐਂਡ ਮਾਈ ਅਕਾਊਂਟ ਦੇ ਵਿੱਚ ਬਣਾਉਣ ਦੇ ਨਾਲ ਤੁਹਾਨੂੰ ਬੜੇ ਸਾਰੇ ਫਾਇਦੇ ਨੇ। ਉਹਦਾ ਮੇਨ ਫਾਇਦੇ ਨੇ ਕਿ ਤੁਸੀਂ ਆਪਣਾ ਨੋਟਿਸ ਆਫ ਅਸੈਸਮੈਂਟ ਖੁਦ ਦੇਖ ਸਕਦੇ ਹੋ, ਤੁਸੀਂ ਆਪਣਾ ਚਾਈਲਡ ਟੈਕਸ ਬੈਨੀਫਿਟ, ਆਪਣਾ GST ਕ੍ਰੈਡਿਟ, ਆਪਣੇ ਪਿਛਲੇ ਸਾਲਾਂ ਦੀਆਂ 10 ਸਾਲ ਦੀਆਂ ਰਿਟਰਨਾਂ ਦੇਖ ਸਕਦੇ ਹੋ, ਆਪਣਾ ਸਟੇਟਮੈਂਟ ਆਫ ਅਕਾਊਂਟ ਦੇਖ ਸਕਦੇ ਹੋ। ਬਹੁਤ ਕੁਛ ਬੈਨੀਫਿਟ ਹੈ ਮਾਈ ਅਕਾਊਂਟ। ਇਟਸ ਐਨ ਆਨਲਾਈਨ ਮਾਈ ਅਕਾਊਂਟ, ਤੁਹਾਡਾ ਆਪਣਾ ਟੈਕਸ ਦਾ ਅਕਾਊਂਟ ਹੋ ਗਿਆ ਨਾ। ਤੋ ਉਹਦੀ ਅਕਾਊਂਟ ਦੇ ਵਿੱਚ ਹੀ ਤੁਸੀਂ ਆਪਣਾ ਡਾਇਰੈਕਟ ਡਿਪੋਜ਼ਿਟ ਵੀ ਸੈਟਅਪ ਕਰ ਸਕਦੇ ਹੋ ਉਹਦੇ ਵਿੱਚ ਨਾ। ਔਰ ਬੈਸਟ ਬੈਨੀਫਿਟ ਇਹ ਹੈ ਕਿ ਤੁਸੀਂ ਸੈਟਅਪ ਕੀਤਾ ਵੀ ਚੇਂਜ ਵੀ ਕਰ ਸਕਦੇ ਹੋ, ਤੁਹਾਨੂੰ CRA ਨੂੰ ਕਾਲ ਕਰਨ ਦੀ ਲੋੜ ਨਹੀਂ ਹੈ। ਮਤਲਬ ਅਨਫੋਰਚੂਨੇਟਲੀ ਬਹੁਤ ਬਿਜ਼ੀ ਹੈ CRA, ਤਾਂ ਉੱਥੇ ਤੁਸੀਂ ਕਾਲ ਕਰਦੇ ਹੋ ਤਾਂ ਟਾਈਮ ਬਹੁਤ ਲੱਗਦਾ ਵੈ। ਸੋ ਦੈਟਸ ਦ ਵਨ ਬੈਸਟ ਮੈਥਡ ਵੀ ਸੁਜੈਸਟ ਕਿ CRA ਮਾਈ ਅਕਾਊਂਟ ਬਣਾਓ, ਉਹਦੇ ਵਿੱਚ ਜਾ ਕੇ ਆਪਣਾ ਸੈਟਅਪ ਕਰੋ। ਸੈਕਿੰਡ ਮੈਥਡ, ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ, ਆਪਣਾ ਨੂੰ ਚੈੱਕ ਉਹਨਾਂ ਨੂੰ ਮੇਲ ਕਰ ਸਕਦੇ ਹੈਗੇ ਹੋ ਵੋਇਡ ਚੈੱਕ। ਅਦਰ ਮੈਥਡ ਇਜ਼ ਕਿ ਤੁਸੀਂ ਜਿਹੜਾ ਹੋਰ ਬੜਾ ਪੋਪੂਲਰ ਹੋਇਆ ਹੋਇਆ ਕਿ ਤੁਹਾਡੇ ਕੋਲ ਅਗਰ ਆਨਲਾਈਨ ਬੈਂਕਿੰਗ ਹੈ, ਤੁਸੀਂ ਆਪਣੀ ਆਨਲਾਈਨ ਬੈਂਕਿੰਗ ਦੇ ਵਿੱਚ ਹੀ ਤੁਸੀਂ CRA ਡਾਇਰੈਕਟ ਡਿਪੋਜ਼ਿਟ ਵੀ ਸੈਟਅਪ ਕਰ ਸਕਦੇ ਹੋ। ਸੌਰੀ, ਦੈਟਸ ਪ੍ਰੀ ਆਥੋਰਾਈਜ਼ਡ ਪੇਮੈਂਟ, ਸੌਰੀ ਨੋਟ ਡਾਇਰੈਕਟ ਡਿਪੋਜ਼ਿਟ। ਡਾਇਰੈਕਟ ਡਿਪੋਜ਼ਿਟ ਤੁਸੀਂ ਆਨਲਾਈਨ ਬੈਂਕਿੰਗ 'ਚ ਨਹੀਂ ਕਰ ਸਕਦੇ, ਮਾਈ ਅਪੋਲੋਜੀਜ਼, ਗਲਤ ਹੈਗਾ ਵੈ, ਉਹ ਪ੍ਰੀ ਆਥੋਰਾਈਜ਼ਡ ਪੇਮੈਂਟ ਸੀਗੀ। ਤੁਸੀਂ ਆਪਣੇ ਜਦੋਂ ਟੈਕਸ ਰਿਟਰਨ ਫਾਈਲ ਕਰਦੇ ਹੋ, ਤੁਸੀਂ ਉਹਦੇ ਨਾਲ ਵੀ ਆਪਣੀ ਡਾਇਰੈਕਟ ਡਿਪੋਜ਼ਿਟ ਇਨਫੋਰਮੇਸ਼ਨ ਅਟੈਚ ਕਰ ਸਕਦੇ ਹੋ ਆਪਣੀ, ਅਤੇ ਉਹ ਵੀ ਤੁਸੀਂ ਆਪਣੇ ਨਾਲ ਕਰ ਸਕਦੇ ਹੋ ਉਹਦੇ ਵਿੱਚ। ਸੋ ਮਲਟੀਪਲ ਵੇਜ਼ ਤੁਸੀਂ ਆਪਣਾ ਸੈਟਅਪ ਕਰੋ। ਐਂਡ ਮਾਈ ਸਜੈਸ਼ਨ ਵੁੱਡ ਬੀ ਮੇਕ ਅ CRA ਮਾਈ ਅਕਾਊਂਟ, ਐਂਡ ਦੈਟਸ ਦ ਬੈਸਟ ਵਨ, ਈਜ਼ੀ ਵਨ। ਜੀ, ਸੰਜੀਵ ਕੌਸ਼ਲ ਜੀ ਕਹਿੰਦੇ ਵੈਰੀ ਇਨਫੋਰਮੇਟਿਵ ਸ਼ੋ, ਤੇ ਕਹਿੰਦੇ ਫॉर ਪਾਰਟ ਟਾਈਮ Uber rider is GST number mandatory? Because I read somewhere that less than 30,000 per annum income, it's not necessary to have GST. So ਜੇ ਤੁਸੀਂ ਇਹਦੇ ਬਾਰੇ ਗਾਈਡ ਕਰ ਦਿਓ ਮੈਨੂੰ। ਸੋ ਇਹ ਕੁਐਸਚਨ ਉਹਨਾਂ ਦਾ ਆ ਰਿਹਾ ਵੈ ਬਿਜ਼ਨਸ ਪੀਪਲ ਵਾਸਤੇ, ਸੈਲਫ ਇੰਪਲੋਇਡ ਜਿਹੜੇ ਬੰਦੇ ਹੁੰਦੇ ਉਹਨਾਂ ਵਾਸਤੇ ਹੁੰਦਾ ਵੈ। ਸੋ ਜਿਹੜੀ ਉਹ ਕੁਐਸਚਨ ਦੀ ਗੱਲ ਕਰ ਰਹੇ ਹੈ ਕਿ ਕਿੰਨੇ ਬੰਦੇ ਨੂੰ GST ਨੰਬਰ ਲੈਣਾ ਕੰਪਲਸਰੀ ਹੈ ਜੇ ਤੁਸੀਂ ਬਿਜ਼ਨਸ ਕਰਦੇ ਹੋ ਨਾ। ਸੋ ਜਨਰਲ ਜਿਹੜਾ ਹੈਗਾ ਵੈ ਕਿ ਅਗਰ ਤੁਹਾਡੇ ਪਿਛਲੇ 4 ਕੁਆਟਰ ਆਊਟ ਆਫ ਦ ਲਾਸਟ 5 ਕੁਆਟਰ ਤੁਹਾਡੀ ਅਗਰ ਰੈਵਨਿਊ $30,000 ਤੋਂ ਉੱਪਰ ਹੈ, ਤੁਹਾਨੂੰ GST ਨੰਬਰ ਲੈਣਾ ਕੰਪਲਸਰੀ ਹੈ ਉਹਨਾਂ ਵਾਸਤੇ ਨਾ। ਸੋ ਇਹ ਕੁਐਸਚਨ ਕਰ ਰਿਹਾ ਕਿ ਮੇਰੇ ਤਾਂ 30,000 ਤੋਂ ਉੱਪਰ ਹੈ ਹੀ ਨਹੀਂ ਹੈ, ਕਿ ਮੈਨੂੰ ਵੀ ਜ਼ਰੂਰੀ ਹੈ ਕਿ ਮੈਂ Uber ਚਲਾਉਣਾ ਹੈਗਾ ਵਾ। So the answer is yes, even less than 30,000. So taxi ਔਰ Uber ਇਕੱਠੇ ਇਹ ਟੈਕਸੀ ਨੂੰ ਮੰਨਦੇ ਆ। ਟੈਕਸੀ ਬਿਜ਼ਨਸ ਜਿਹੜੇ ਹੈਗੇ ਆ, ਚਾਹੇ ਤੁਹਾਡੀ $1 ਦੀ ਰੈਵਨਿਊ ਹੈ ਜਾਂ 30,000 ਦੀ ਹੈ ਉੱਪਰ ਹੈ, ਤੁਹਾਨੂੰ GST ਨੰਬਰ ਲੈਣਾ ਕੰਪਲਸਰੀ ਹੈ। ਉਹਨਾਂ ਨੂੰ GST ਨੰਬਰ ਲੈਣਾ ਪਏਗਾ ਜੀ। ਈਵਨ 2174 ਤੋਂ ਉਹਨਾਂ ਨੇ ਮੈਸੇਜ ਭੇਜਿਆ, ਕਹਿੰਦੇ I received my T4 with a deducted amount from my employer. No deductions are written on my T4. Will this affect me or my employer? ਮੈਨੂੰ ਕੁਐਸਚਨ ਸਮਝ ਨਹੀਂ ਆਇਆ ਉਹਨਾਂ ਦਾ ਜੀ। ਹਾਂਜੀ, ਕੁਝ ਡਿਡਕਟਡ ਅਮਾਊਂਟ ਕਹਿੰਦੇ ਆ ਉਹ ਮੈਂਸ਼ਨਡ ਨਹੀਂ ਸੀ ਕਿ T4 ਤੇ। ਆਈ ਥਿੰਕ ਇਦਾਂ ਦੀ ਮੈਂ ਵੀ ਅਜ਼ੰਪਸ਼ਨ ਹੀ ਲੈ ਕੇ ਚੱਲ ਰਹੀ। T4 ਦੇ ਉੱਤੇ ਆਪਣੀ ਇੰਪਲੋਇਮੈਂਟ ਇਨਕਮ ਹੁੰਦੀ ਹੈ, ਤੁਹਾਡੀ ਗ੍ਰੋਸ ਇਨਕਮ ਹੁੰਦੀ ਹੈ, ਉਹਨਾਂ ਤੇ CPP ਤੇ EI ਹੁੰਦੀ ਹੈ ਜੋ ਤੁਸੀਂ ਆਪਣੀ ਤੁਹਾਡੀ ਕੱਟੀ ਹੋਈ ਹੈ, ਔਰ ਇਨਕਮ ਟੈਕਸ ਕੱਟਿਆ ਹੁੰਦਾ। ਸੋ 4 ਚੀਜ਼ਾਂ ਇਹ ਦੇਖਦੇ ਆ। ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਕਾਲਮਸ ਹੁੰਦੇ ਨੇ, ਰਜਿਸਟਰਡ ਪੈਨਸ਼ਨ ਪਲਾਨ, ਐਵਰੀਥਿੰਗ। ਸੋ ਅਗਰ ਤਾਂ ਉਹ ਕਹਿੰਦੇ ਪਏ ਨੇ ਕਿ T4 ਦੇ ਉੱਤੇ ਮੇਰਾ ਇਨਕਮ ਟੈਕਸ ਕੱਟਿਆ ਹੋਇਆ ਸੀਗਾ, ਉਹ ਨਹੀਂ ਆਇਆ, ਜਾਂ ਮੇਰੀ CPP ਕੱਟੀ ਸੀ ਉਹਨਾਂ ਨੇ ਨਹੀਂ ਸ਼ੋ ਕੀਤੀ, ਉਹਨਾਂ ਨੂੰ ਵਾਪਸ ਜਾਣਾ ਚਾਹੀਦਾ ਆਪਣੇ ਐਮਪਲੋਇਰ ਦੇ ਕੋਲ, T4 ਅਮੈਂਡ ਕਰਵਾਉਣੀ ਚਾਹੀਦੀ ਹੈ। ਮੈਂ ਅਜ਼ਿਊਮ ਕਰਾਂਗਾ ਇਹ ਕੋਈ ਪੁੱਛਦੇ ਪਏ ਨੇ ਉਹ। ਹਾਂਜੀ, ਸੋ ਸਾਡੀਆਂ ਅਪੋਲੋਜੀਜ਼ ਇਨ ਕੇਸ ਸਾਨੂੰ ਕੁਐਸਚਨ ਕਿਉਂਕਿ ਕਲੀਅਰ ਨਹੀਂ ਸੀ ਹੋਇਆ। ਆਈ ਹੋਪ ਵੀ ਵਰ ਏਬਲ ਟੂ ਆਨਸਰ ਜਿੰਨੀ ਕਿ ਇਨਫੋਰਮੇਸ਼ਨ ਸਾਡੇ ਕੋਲ ਸੀਗੀ। ਵੈਲ ਸੁਰੇਸ਼ ਜੀ, ਇੱਕ ਹੋਰ ਸਵਾਲ ਹੈ 8271 ਤੋਂ ਉਹਨਾਂ ਨੂੰ ਭੇਜਿਆ, ਕਹਿੰਦੇ ਕਿ ਉਹਨਾਂ ਨੇ ਜਿਵੇਂ ਤੁਸੀਂ ਦੱਸਿਆ ਕਿ ਫਸਟ ਟਾਈਮ ਹੋਮ ਬਾਇਰ ਜਿਹੜੇ ਟੈਕਸ ਫਾਈਲਿੰਗ ਦੇ ਦੌਰਾਨ ਦੱਸਣ ਤੇ ਤੁਹਾਨੂੰ ਉਹਦੀ ਰਿਟਰਨ ਆਉਂਦੀ ਹੈ, ਕੁਛ ਅਮਾਊਂਟ ਆਉਂਦੀ ਹੈ, ਪਰ ਕਹਿੰਦੇ ਉਹਨਾਂ ਨੇ 2021 ਦੇ ਵਿੱਚ ਘਰ ਬਾਏ ਕੀਤਾ ਸੀਗਾ ਤੇ ਉਸ ਵੇਲੇ ਕਲੇਮ ਨਹੀਂ ਸੀ ਕੀਤਾ, ਤੇ ਕੀ ਉਹ ਹੁਣ ਕਰ ਸਕਦੇ ਆ? ਵੈਰੀ ਗੁੱਡ ਕੁਐਸਚਨ ਜੀ। ਆਈ ਥਿੰਕ ਇਹ ਕੁਐਸਚਨ ਨਾ ਆਪਾਂ ਇਕੱਲਾ ਹੋਮ ਬਾਇਰ ਦੀ ਗੱਲ ਨਾ ਕਰੀਏ। ਜਿੱਦਾਂ ਆਪਾਂ ਸਪੋਜ਼ ਕਰੋ ਮੈਂ ਕੋਈ ਹੁਣੇ ਗੱਲ ਕਹੀ ਹੋਵੇ ਕਿ ਮੈਂ ਤਾਂ ਡੋਨੇਸ਼ਨਸ ਕਲੇਮ ਕਰਨੀ ਭੁੱਲ ਗਿਆ ਜੀ, ਜਾਂ ਤੁਸੀਂ ਮੈਨੂੰ ਕਿਹਾ ਸੀਗਾ ਕੇਅਰ ਗਿਵਰ ਕਲੇਮ ਹੋ ਸਕਦਾ, ਮੈਂ ਭੁੱਲ ਗਿਆ ਸੀਗਾ। ਸੋ ਮੈਂ ਹੁਣ ਪਿੱਛੇ ਜਾ ਸਕਦਾ ਕਿ ਆਪਣੀ ਰਿਟਰਨਸ ਚੇਂਜ ਕਰ ਸਕਦਾ ਹੈਗਾ ਵਾ। ਆਨਸਰ ਇਜ਼ ਯੈਸ। ਤੁਸੀਂ ਪਿੱਛੇ ਜਾ ਕੇ ਵੀ ਆਪਣੀ ਰਿਟਰਨ ਨੂੰ ਐਡਜਸਟ, ਅਸੀਂ ਕਹਿੰਦੇ T1 ਐਡਜਸਟਮੈਂਟ ਉਹਦਾ ਟੈਕਨੀਕਲ ਵਰਡ ਹੈ, ਤੁਸੀਂ ਆਪਣੀ ਰਿਟਰਨ ਨੂੰ ਐਡਜਸਟ ਕਰ ਸਕਦੇ ਹੈਗੇ ਹੋ। ਅਗਰ ਤੁਸੀਂ CRA ਮਾਈ ਅਕਾਊਂਟ ਬਣਾਉਂਦੇ ਹੋ, ਤੁਸੀਂ ਆਨਲਾਈਨ ਉਹਨੂੰ ਐਡਜਸਟ ਕਰ ਸਕਦੇ ਹੋ, ਐਂਡ ਰਿਫੰਡ ਕਾਫੀ ਜਲਦੀ ਆਉਂਦਾ ਉਸ ਚੀਜ਼ ਦਾ। ਅਦਰਵਾਈਜ਼ ਤੁਸੀਂ ਆਪਣੀ ਇੱਕ ਚੇਂਜ ਕਰਕੇ ਤੁਸੀਂ ਆਪਣੇ ਵਿਨੀਪੈਗ ਟੈਕਸ ਸੈਂਟਰ ਨੂੰ ਭੇਜ ਦਿਓ ਤੇ ਆਪਣੀ ਤੁਸੀਂ ਉਹ ਐਡਜਸਟ ਕਰ ਦਿਓ, ਤੁਹਾਨੂੰ ਰਿਫੰਡ ਉਸ ਚੀਜ਼ ਦਾ ਆ ਜਾਏਗਾ। ਸੋ ਆਨਸਰ ਇਜ਼ ਯੈਸ, ਤੁਸੀਂ ਆਪਣੀ ਪਿਛਲੀ ਰਿਟਰਨ ਵੀ ਚੇਂਜ ਕਰ ਸਕਦੇ ਹੈਗੇ। ਕੁਝ ਚੀਜ਼ਾਂ ਜਿਨ੍ਹਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਟੈਕਸ ਫਾਈਲਿੰਗ ਦੇ ਦੌਰਾਨ ਆਪਣੇ ਅਕਾਊਂਟੈਂਟ ਨਾਲ ਗੱਲਬਾਤ ਕਰਦੇ ਹੋਇਆ, ਜਾਂ ਜੇਕਰ ਤੁਸੀਂ ਆਪ ਵੀ ਕਰਨਾ ਹੈ ਤਾਂ ਸਾਨੂੰ ਸੁਰੇਸ਼ ਜੀ ਨੇ ਬਹੁਤ ਸਾਰੀਆਂ ਗੱਲਾਂ ਸਮਝਾਈਆਂ ਨੇ। ਖਿਆਲ ਕਰਨਾ ਚਾਹੀਦਾ, ਜੇਕਰ ਨਹੀਂ ਕਲੀਅਰ ਹੁੰਦੀਆਂ ਫਿਰ ਵੀ ਤੁਸੀਂ ਕੁਐਸਚਨ ਕਰ ਸਕਦੇ ਹੋ ਆਪਣੇ ਅਕਾਊਂਟੈਂਟ ਨੂੰ, ਜਾਂ ਜਿਹੜੇ ਐਕਸਪਰਟ ਨੇ ਉਹਨਾਂ ਕੋਲੋਂ ਪੁੱਛਿਆ ਜਾ ਸਕਦਾ। ਸੁਰੇਸ਼ ਜੀ, ਕੁਝ ਹੋਰ ਮੈਸੇजेस ਸਾਡੇ ਕੋਲ ਨੇ, ਉਹ ਸ਼ਾਮਿਲ ਕਰਦੇ ਹਾਂ। 5659 ਤੋਂ ਉਹਨਾਂ ਨੇ ਮੈਸੇਜ ਭੇਜਿਆ, ਕਹਿੰਦੇ ਕਿ Uber ਐਂਡ Skip the dishes ਜਿਹੜੇ ਹੈ ਕੰਮ ਕਰਦੇ, ਕੀ ਉਹਨਾਂ ਨੂੰ ਆਪਣੀ ਟਿਪ ਵੀ ਮੈਂਸ਼ਨ ਕਰਨੀ ਚਾਹੀਦੀ ਹੈ ਆਪਣੀ ਇਨਕਮ 'ਚ?
ਸੋ ਜੀ ਟਿਪ ਚਾਹੇ ਊਬਰ ਤੋਂ ਆਏ, ਸਕਿਪ ਤੋਂ ਆਏ, ਜਾਂ ਤੁਸੀਂ ਈਵਨ ਤੁਸੀਂ ਕਿਤੇ ਐਜ਼ ਅ ਵੇਟਰ ਕੰਮ ਕਰਦੇ ਪਏ ਹੋ ਆਪਣਾ ਰੈਸਟੋਰੈਂਟ ਦੇ ਵਿੱਚ, ਆਲ ਟਿਪਸ ਆਰ ਇਨਕਮ। ਲੈਟਸ ਕੀਪ ਦੈਟ ਵੇ। ਠੀਕ ਹੈ। ਇੱਕ ਹੋਰ ਸਵਾਲ ਕਹਿੰਦੇ ਕਿ ਜੇ ਉਹ ਘਰ ਬੈਕ ਹੋਮ ਕੰਟਰੀ ਪੈਸੇ ਭੇਜਦੇ ਨੇ ਉਹਨਾਂ ਨੂੰ ਸਪੋਰਟ ਕਰਨ ਵਾਸਤੇ, ਤਾਂ ਕੀ ਉਹ ਵੀ ਐਕਸਪੈਂਸਿਸ ਦੇ ਵਿੱਚ ਪਾਉਣੇ ਚਾਹੀਦੇ ਵਾਈਲ ਟੈਕਸ ਫਾਈਲਿੰਗ? ਨੋ, ਅਨਫੋਰਚੂਨੇਟਲੀ ਉਹਦੀ ਕੋਈ ਡਿਡਕਸ਼ਨ ਨਹੀਂ ਹੈ ਜੀ, ਸੋ ਉਹ ਐਕਸਪੈਂਸਿਸ ਤੁਸੀਂ ਕਲੇਮ ਨਹੀਂ ਕਰ ਸਕਦੇ। ਓਕੇ। 2174 ਤੋਂ ਮੈਸੇਜ ਕਹਿੰਦੇ ਉਹਨਾਂ ਨੂੰ T4 ਮਿਲੀ ਐਮਪਲੋਇਰ ਕੋਲੋਂ, ਤੇ ਉਹ ਕਹਿੰਦੇ ਕਿ ਗ੍ਰੋਸ ਇਨਕਮ ਜਿਹੜੀ ਉਹਦੇ 'ਤੇ ਲਿਖੀ ਹੈ ਉਹ ਠੀਕ ਨਹੀਂ ਹੈ ਅਕੋਰਡਿੰਗ ਟੂ ਦ ਚੈਕਸ ਜਿਹੜੇ ਉਹਨਾਂ ਨੇ ਰਿਸੀਵ ਕੀਤੇ ਹੈ, ਤੇ ਬਹੁਤ ਸਾਰੀਆਂ ਹੋਰ ਕੈਟੇਗਰੀਜ਼ ਦੇ ਵਿੱਚ ਜਿਹੜੀਆਂ ਡਿਡਕਸ਼ਨਸ ਹੁੰਦੀਆਂ ਉਹ ਮੈਨਸ਼ਨਡ ਨਹੀਂ ਹੈ। ਕੀ ਕੀਤਾ ਜਾ ਸਕਦਾ ਹੈ? ਸੋ ਆਈ ਥਿੰਕ ਦ ਅਜ਼ੰਪਸ਼ਨ ਇਜ਼ ਕਿ T4 ਜਿਹੜੀ ਹੈਗੀ ਉਹ ਠੀਕ ਨਹੀਂ ਬਣੀ ਹੈਗੀ। ਸੋ ਦ ਬੈਸਟ ਵਨ ਇਜ਼ ਦਿਸ ਵਨ ਕਿ ਗੋ ਬੈਕ ਟੂ ਦ ਐਮਪਲੋਇਰ, ਜਾ ਕੇ ਆਪਣੀ T4 ਠੀਕ ਕਰਵਾਓ, ਅਮੈਂਡ ਕਰਵਾਓ ਉਸ ਤੋਂ ਜਾ ਕੇ ਨਾ। ਅਦਰਵਾਈਜ਼ ਤੁਹਾਨੂੰ ਉਸ ਅਮਾਊਂਟ ਉੱਤੇ ਟੈਕਸ ਪੇ ਕਰਨਾ ਪਏਗਾ ਅਗਰ ਅਮੈਂਡਮੈਂਟ ਠੀਕ ਨਹੀਂ ਹੁੰਦੀ। ਅਗਰ ਤੁਹਾਨੂੰ ਐਮਪਲੋਇਰ ਐਕਸੈਸਿਬਲ ਨਹੀਂ ਹੈ ਦੈਨ ਟਾਕ ਟੂ ਯੂਰ ਅਕਾਊਂਟੈਂਟ, ਦੈਨ ਆਈ ਥਿੰਕ ਦਿਸ ਅ ਸੈਪਰੇਟ ਆਪਸ਼ਨ ਅਵੇਲੇਬਲ। ਲੇਕਿਨ ਆਂਸਰ ਇਹੀ ਹੈ ਕਿ ਆਪਣੀ T4 ਨੂੰ ਅਮੈਂਡਮੈਂਟ ਕਰਵਾਓ। ਓਕੇ। 4546 ਤੋਂ ਟੈਕਸਟ ਮੈਸੇਜ ਤੁਹਾਡੇ ਵਾਸਤੇ ਆਇਆ ਹੈ ਸੁਰੇਸ਼ ਜੀ। ਕਹਿੰਦੇ ਨੇ ਕਿ ਉਹ ਆਪਣੇ ਪੇਰੈਂਟਸ ਨੂੰ ਸਪੋਰਟ ਕਰਦੇ ਆ, ਉਹਨਾਂ ਦੇ ਪੇਰੈਂਟਸ ਉਹਨਾਂ 'ਤੇ ਡਿਪੈਂਡੈਂਟ ਨੇ, ਐਂਡ ਕੀ ਉਹਨਾਂ ਨੂੰ ਮੈਂ ਆਪਣੀ ਟੈਕਸ ਫਾਈਲਿੰਗ ਦੇ ਵਿੱਚ ਸ਼ਾਮਿਲ ਕਰ ਸਕਦਾ? ਸੋ ਕੁਐਸਚਨ ਸ਼ਾਇਦ ਪੂਰਾ ਕਲੀਅਰ ਨਾ ਹੋਵੇ ਕਿ ਅਗਰ ਤਾਂ ਉਹ ਸਿੰਗਲ ਨੇ, ਸੋ ਦੈਨ ਆਪਣੇ ਇੱਕ ਪੇਰੈਂਟ ਨੂੰ ਐਲੀਜੀਬਲ ਡਿਪੈਂਡੈਂਟ ਕਲੇਮ ਕਰ ਸਕਦੇ ਹੈਗੇ ਨੇ। ਅਗਰ ਉਹ ਮੈਰਿਡ ਨੇ ਤਾਂ ਦੈਨ ਪੇਰੈਂਟਸ ਨੂੰ ਨਹੀਂ ਕਲੇਮ ਕਰ ਸਕਦੇ ਅਨਲੈਸ ਦੇ ਆਰ ਓਵਰ 65। ਫਿਰ ਉਹ ਅਲਬਰਟਾ ਦਾ ਇੱਕ ਕਲੇਮ ਹੈਗਾ ਜਿਹਦੇ ਨਾਲ ਉਹ ਕਲੇਮ ਕਰ ਸਕਦੇ ਨੇ, ਲੇਕਿਨ ਅਦਰਵਾਈਜ਼ ਉਹ ਐਲੀਜੀਬਲ ਡਿਪੈਂਡੈਂਟ ਨਹੀਂ ਕਲੇਮ ਕਰ ਸਕਦੇ। ਸੋ ਡਿਪੈਂਡ ਕਰਦਾ ਹੈ ਸਿਚੁਏਸ਼ਨ ਦੇ ਉੱਤੇ। ਅਗਰ ਸਿੰਗਲ ਨੇ ਡੈਫੀਨੇਟਲੀ ਦੇ ਕੈਨ ਜੀ। ਕੀ ਜਨਰਲ ਰੈਨੋਵੇਸ਼ਨਸ ਜਿਹੜੀਆਂ ਉਹ ਵੀ ਟੈਕਸ ਫਾਈਲਿੰਗ ਦੇ ਵਿੱਚ ਪਾਈਆਂ ਜਾ ਸਕਦੀਆਂ ਜਿਹੜੀ ਘਰ ਦੇ ਵਿੱਚ ਰੈਨੋਵੇਸ਼ਨ ਕਰੀਦੀ ਹੈ? ਨਹੀਂ ਜੀ, ਕੋਈ ਐਸੀ ਡਿਡਕਸ਼ਨ ਨਹੀਂ ਹੈ ਅਨਲੈਸ ਇਟਸ ਰਿਲੇਟਡ ਟੂ ਹੋਮ ਐਕਸੈਸਿਬਿਲਿਟੀ ਟੈਕਸ ਕ੍ਰੈਡਿਟ। ਫਿਰ ਹੋ ਸਕਦਾ ਹੈ, ਅਦਰਵਾਈਜ਼ ਨਹੀਂ ਕਰ ਸਕਦੇ, ਜਾਂ ਰੈਂਟਲ ਪ੍ਰਾਪਰਟੀ ਵਾਸਤੇ ਹੁੰਦਾ। ਠੀਕ ਹੈ। ਓਕੇ। ਹੋਮ ਐਕਸੈਸਿਬਿਲਿਟੀ ਵਾਸਤੇ ਇਹਨਾਂ ਨੇ ਕਿਹਾ ਕਿ 2019 ਦੇ ਵਿੱਚ ਰੈਨੋਵੇਸ਼ਨ ਕਰਾਈ ਸੀ, ਉਹਦੀ ਕੋਈ ਇਨਵੋਇਸ ਨਹੀਂ ਹੈ ਉਹਨਾਂ ਦੇ ਕੋਲ, ਤੇ ਕੀ ਫਾਈਲ ਕੀਤਾ ਜਾ ਸਕਦਾ ਹੈ? ਕਮਲਜੀਤ ਹੋਣਾ ਦਾ ਕੁਐਸਚਨ ਆਇਆ। ਸੋ ਇਹ ਕੁਐਸਚਨ ਬੜਾ ਕਾਮਨ ਹੈ ਜੀ ਕਿ ਮੈਂ ਕੈਸ਼ ਦਿੱਤਾ ਜਾਂ ਮੈਨੂੰ ਉੱਦਾਂ ਦਿੱਤਾ ਹੈਗਾ ਵੈ, ਲੇਕਿਨ ਰਿਮੈਂਬਰ ਜਦੋਂ ਵੀ ਤੁਸੀਂ ਟੈਕਸ ਫਾਈਲਿੰਗ ਕਰਨੀ ਇੱਕ ਪੇਪਰ ਵਰਕ ਦੀ ਰਿਕੁਆਇਰਮੈਂਟ ਹੈ ਕਿ ਪੇਪਰ ਵਰਕ ਆਪਣੇ ਕੋਲ ਹੋਣਾ ਚਾਹੀਦਾ, ਸਪੋਰਟ ਹੋਣੀ ਚਾਹੀਦੀ ਹੈਗੀ ਚੀਜ਼ ਨਾਲ। ਸੋ ਅਗਰ ਤੁਹਾਡੇ ਕੋਲ ਰਸੀਟ ਨਹੀਂ ਹੈ ਤਾਂ ਅਨਫੋਰਚੂਨੇਟਲੀ ਕੋਈ ਪ੍ਰੂਫ ਵੀ ਨਹੀਂ ਹੈ, ਤੁਸੀਂ ਕੁਝ ਕਹਿ ਨਹੀਂ ਸਕਦੇ ਕਿ ਹਾਂ ਮੈਂ ਕਿੱਦਾਂ ਕਲੇਮ ਕੀਤਾ ਹੈ। ਸੋ ਰਸੀਟ ਅਰੇਂਜ ਕਰੋ ਐਂਡ ਡੈਫੀਨੇਟਲੀ ਯੂ ਕੈਨ ਕਲੇਮ ਇਟ ਜੀ। ਮਨਿੰਦਰ ਹੋਣਾ ਦਾ ਕੁਐਸਚਨ ਹੈ, ਕਹਿੰਦੇ ਕਿ ਅਸੀਂ ਲਾਈਫ ਇੰਸ਼ੋਰੈਂਸ ਲਈ ਹੈ ਤੇ ਮੰਥਲੀ ਪੇ ਕਰਦੇ ਹਾਂ, ਇਹ ਅਮਾਊਂਟ ਵੀ ਕੁਝ ਵਾਪਸ ਆਉਂਦੀ ਹੁੰਦੀ ਹੈ? ਲਾਈਫ ਇੰਸ਼ੋਰੈਂਸ ਦੀ ਕੋਈ ਡਿਡਕਸ਼ਨ ਕੈਨੇਡਾ ਵਿੱਚ ਨਹੀਂ ਹੈ ਜੀ, ਇੰਡੀਆ ਵਿੱਚ ਹੁੰਦੀ ਸੀਗੀ, ਹਾਲੇ ਵੀ ਸ਼ਾਇਦ ਹੈਗੀ ਹੈ। ਅਨਫੋਰਚੂਨੇਟਲੀ ਆਪਣੇ ਕੈਨੇਡਾ ਵਿੱਚ ਲਾਈਫ ਇੰਸ਼ੋਰੈਂਸ ਡਿਡਕਸ਼ਨ ਨਹੀਂ ਹੈਗੀ। ਓਕੇ। ਅੱਛਾ, ਕੱਲ੍ਹ 1 ਅਪ੍ਰੈਲ ਤੋਂ ਆਪਣੇ ਕੈਨੇਡੀਅਨ ਸਰਕਾਰ ਵੱਲੋਂ ਦਿੱਤਾ ਗਿਆ ਹੈ ਕਿ ਤੁਸੀਂ ਇੱਕ ਅਕਾਊਂਟ ਜਿਹੜਾ ਖਾਤਾ ਬਣਾ ਸਕਦੇ ਹੋ, ਉਹ ਖਾਤਾ ਘਰਾਂ ਦੇ ਵਾਸਤੇ ਸੇਵਿੰਗ ਕਰਨ ਲਈ ਆ, ਉਹ ਕੀ ਹੈ ਪਲੀਜ਼ ਸਮਝਾ ਦਿਓ ਜਾਂਦਿਆਂ। ਹਾਂਜੀ। ਸੋ ਨਵਾਂ ਆਪਣਾ ਇੱਕ ਆ ਰਿਹਾ ਜਿਹਦਾ ਆਪਣਾ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਸੀਗਾ, ਆਪਣੇ ਕੋਲ RRSP ਸੀਗੀ, 2 ਸੀਗੀਆਂ, ਠੀਕ ਹੈ। ਉਹਨਾਂ ਦੋਨਾਂ ਨੂੰ ਮਿਕਸ ਕਰ ਲਓ ਤੇ ਆਪਣਾ ਫਸਟ ਟਾਈਮ ਹੋਮ ਸੇਵਿੰਗਸ ਅਕਾਊਂਟ, ਟੈਕਸ ਫ੍ਰੀ ਸੇਵਿੰਗਸ ਅਕਾਊਂਟ ਆ ਰਿਹਾ ਜਿਹੜਾ ਆਪਣੇ ਕੱਲ੍ਹ ਤੋਂ ਸ਼ੁਰੂ ਹੋ ਰਿਹਾ। ਇਹ ਪ੍ਰਮੋਸ਼ਨ ਹੈ ਗਵਰਨਮੈਂਟ ਵੱਲੋਂ ਕਿ ਤੁਸੀਂ ਆਪਣੇ ਜਿਹੜੇ ਨੇ ਬੰਦੇ ਨੇ ਪਹਿਲੀ ਵਾਰੀ ਘਰ ਖਰੀਦਣਾ ਵੈ ਤਾਂ ਉਹ ਆਪਣੇ ਅਗਰ ਕੰਟਰੀਬਿਊਟ ਕਰਦੇ, ਜਿੱਦਾਂ ਆਪਾਂ RRSP 'ਚ ਕੰਟਰੀਬਿਊਟ ਕਰਦੇ ਸੀਗੇ, ਤੁਸੀਂ ਇਹਦੇ 'ਚ ਕੰਟਰੀਬਿਊਟ ਕਰਦੇ ਹੋ, ਤੁਹਾਨੂੰ ਟੈਕਸ ਡਿਡਕਸ਼ਨ ਮਿਲ ਸਕਦੀ ਹੈ। ਔਰ ਜਦੋਂ ਤੁਸੀਂ ਵਿਦਡਰਾਅ ਕਰਦੇ ਹੋ ਆਪਣੇ ਘਰ ਖਰੀਦਣ ਵਾਸਤੇ ਤੁਹਾਨੂੰ ਟੈਕਸ ਨਹੀਂ ਪੇ ਕਰਨਾ ਪਏਗਾ। ਤੁਸੀਂ ਇੱਕ ਸਾਲ ਟੋਟਲ ਮੈਕਸਿਮਮ ਜਿਹੜੀ ਲਿਮਿਟ ਹੈ ਉਹ 40,000 ਹੈ। ਹਰ ਸਾਲ ਤੁਸੀਂ $8,000 ਜਿਹੜਾ ਹੈਗਾ ਵਾ ਆਪਣਾ ਉਹ ਕਰ ਸਕਦੇ ਹੋ। ਜਦੋਂ ਤੁਸੀਂ ਫਸਟ ਟਾਈਮ ਅਕਾਊਂਟ ਬਣਾਉਂਦੇ ਹੋ ਦੈਨ 8 ਦਾ ਅੱਗੋਂ 16,24 ਦਾ ਹੋ ਗਿਆ ਹੈ ਨਾ। ਅਗਰ ਤੁਸੀਂ ਸੋਚ ਰਹੇ ਹੋ ਆਪਣਾ ਘਰ ਖਰੀਦਣ ਵਾਸਤੇ ਵਿਦ ਦ ਨੈਕਸਟ 3 months to 6 months or year or something this one, I highly recommend to consider that ਜੀ। ਕੱਲ੍ਹ ਤੋਂ ਤੁਸੀਂ ਅਕਾਊਂਟ ਆਪਣੇ ਬੈਂਕ ਵਿੱਚ ਜਾ ਕੇ ਖੁਲਾ ਸਕਦੇ ਹੋ, ਆਪਣਾ RRSP 'ਚ ਕੰਟਰੀਬਿਊਟ ਕਰੋ, ਇਹਨੂੰ ਕਹੋ ਇਟਸ ਦ ਬੈਸਟ ਡਿਡਕਸ਼ਨ ਜਿਹੜੀ ਬਹੁਤ ਮਿਸ ਹੁੰਦੀ, ਇਹ ਵੀ ਬਹੁਤ ਮਿਸ ਹੁੰਦੀ ਹੈ। ਫਸਟ ਟਾਈਮ ਹੋਮ ਬਾਇਰ ਪਲਾਨ ਐਂਡ ਫਸਟ ਟਾਈਮ ਹੋਮ ਸੇਵਿੰਗਸ ਅਕਾਊਂਟ ਹੈ ਨਾਓ। ਅਸੀਂ ਬਹੁਤ ਸਪੋਰਟ ਕਰਦੇ ਹਾਂ ਇਸ ਚੀਜ਼ ਨੂੰ। ਅਸੀਂ ਪਿਛਲੀ ਵਾਰੀ ਸ਼ਾਇਦ ਗੱਲ ਕੀਤੀ ਸੀ ਕਿ ਇੱਕ ਨਾ ਆਪਣੇ ਕੋਲ ਉਹ ਸਲੋਗਨ ਹੈ ਕਿ I hate RRSP in there, but now you should say I love this account to buy my first living house too. So highly recommended ਜੀ। Okay, wonderful. So ਇਸ ਇਨਫੋਰਮੇਸ਼ਨ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਰੈਪ ਅਪ ਕਰਦੇ ਹਾਂ। ਸੁਰੇਸ਼ ਜੀ, I really appreciate, I value your time as well. ਤੁਸੀਂ ਸਾਡੇ ਨਾਲ ਸ਼ਾਮਲ ਹੋਏ, ਧੰਨਵਾਦ। Thank you, Gurpreet. I appreciate time.